सतनाम। श्री वाहिगुरु साहिब जी। ज्ञान ध्यान किश कर्म ना जाना, नाहिन निर्मल करणी। साध संगत कै अंचल लाभ, बेखम नदी जाय तरणी। संत जना मिल संगति, गुरमुख तीरथ होए। अठसठ तीरथ मज्जना, गुर दर्श प्राप्त होए। कृपा करहो दीन के दाते, मेरा गुण अवगुण ना विचार हो कोई। माटी का क्या धोपै स्वामी, मानस की गत एही। परम सत्कारयोग सतगुरां दी साजी निवाजी हुई गुरु रूप साध संगत जी। सच्चे पातशाह ने बहुत बख्शिश कृपा की है कि संध्या समय महापुरखों के पावन अस्थानां ते जुड़ करके आदि गुरु जगत गुरु श्री गुरु ग्रंथ साहिब पातशाह महाराज की अमृतमयी बाणी, रबी बाणी, जिस बाणी दे बाबत वचन है, अमृत बाणी हर हर तेरी, सुन सुन होवै परमगत मेरी। जालन बुझी शीतल होए मनुआ, सतगुर का दर्शन पाए जियो। जन्मां जन्मां दी जलन बुझाउण वाली बाणी, श्री गुरु ग्रंथ साहिब पातशाह महाराज की रबी बाणी की लड़ीवार जो कथा विचार आरंभ है। सतगुर बख्शिश करते ने सानू हर रोज ये समा के महान तपस्वी परम पूजनीक राजे जोगी श्रीमान संत बाबा चेतन दास जी महाराज दे पवित्र अस्थान ते जुड़ के महापुरखों की शुभ असीस दे नाल, महापुरखों की प्रेरणा दे नाल हर रोज सतसंगत दियां घड़ियां मिलदियां ने। कुछ समा उस अकाल पुरख वाहिगुरु परमेश्वर की याद विच जुड़ के रबी बाणी की विचार करके अते सुन के जीवन नूं सफल बनाउण दा सुभाग मिलदा है। गुरमुखो दुनिया दे विच बंदा आया ही केवल परमात्मा परमेश्वर दे गुण गाउण वास्ते है। उस अकाल पुरख वाहिगुरु दा नाम जपण वास्ते है। ते असीं संसार दे जिन्ने दुनियावी जीव हाँ, साडे उत्ते संसार दी माया ने असर कीता होया है। असी समझ लिया कि मानस दे तां सानू मिली ही केवल पदार्थ इकट्ठे करन वास्ते है, जां ऐश इशरत करके जीवन लंघाउण वास्ते है, जां घर परिवार दा पालन पोषण करना, यही काम है साडा। पर हर रोज़ श्री रहरास साहिब जी दे पाठ विच पंजवें पातशाह दा वचन आउंदा है, आवर काज तेरा किता ना काम,
ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ, ਤੇ ਜਪ ਵੀ ਸੰਗਤ ਵਿੱਚ ਬੈਠ ਕੇ ਰੱਬ ਦੇ ਪਿਆਰਿਆਂ ਨੂੰ, ਸਤਿਪੁਰਖਾਂ ਨੂੰ, ਮਹਾਂਪੁਰਖਾਂ ਨੂੰ ਮਿਲ ਕੇ ਉਹਨਾਂ ਨਾਲ ਰਲ ਕੇ ਵਾਹਿਗੁਰੂ ਦਾ ਨਾਮ ਜਪ। ਇਹ ਤਾਂ ਆਪਾਂ ਹਰ ਰੋਜ਼ ਮੰਗਦੇ ਹਾਂ ਨਾ ਅਰਦਾਸ ਵਿੱਚ ਕਿ ਵਾਹਿਗੁਰੂ ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੈ। ਸੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਆਪਾਂ ਨੂੰ ਮਹਾਂਪੁਰਖ ਮਿਲਾਏ ਨੇ, ਔਰ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਇਹਨਾਂ ਦੀ ਸੰਗਤ ਵਿੱਚ ਆ ਕੇ ਆਪਾਂ ਨੂੰ ਇਹ ਸਮਾਂ ਮਿਲਿਆ ਹੈ ਕਿ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਸ ਅਕਾਲ ਪੁਰਖ ਪਰਿਪੂਰਨ ਦੇ ਗੁਣ ਗਾਉਣ ਦਾ ਸੁਭਾਗ ਮਿਲ ਰਿਹਾ ਹੈ। ਆਓ ਅੱਜ ਦੇ ਪਾਵਨ ਪਵਿੱਤਰ ਸ਼ਲੋਕ ਨਾਲ ਜੁੜਨਾ ਕਰੀਏ। ਸਭ ਮਾਈ ਭਾਈ ਗੁਰੂ ਜੀ ਕੀ ਬਖਸ਼ਿਸ਼ ਕੀਤੀ ਫਤਿਹ ਬੁਲਾਓ। ਰਸਨਾ ਕਰੋ ਪਾਵਨ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਥਾਕੇ ਬਹੁ ਵਿਧ ਘਾਲਤੇ, ਤ੍ਰਿਪਤ ਨ ਤ੍ਰਿਸ਼ਨਾ ਲਾਥ। ਸੰਚ ਸੰਚ ਸਾਕਤ ਮੂਏ, ਨਾਨਕ ਮਾਇਆ ਨਾ ਸਾਥ। ਪੌੜੀ ਥਥਾ ਥਿਰ ਕੋਉ ਨਹੀਂ, ਕਾਏ ਪਸਾਰ ਹੋ ਪਾਵ। ਅਨਕ ਬੰਚ ਬਲ ਛਲ ਕਰਹੁ, ਮਾਇਆ ਏਕ ਉਪਾਵ। ਥੈਲੀ ਸੰਚਹੁ ਸ਼ਰਮ ਕਰਹੁ, ਥਾਕ ਪਰਹੁ ਗਵਾਰ। ਮਨ ਕੈ ਕਾਮ ਨਾ ਆਵਈ, ਅੰਤੇ ਅਵਸਰ ਬਾਰ। ਥਿਤ ਪਾਵੋ ਗੋਬਿੰਦ ਭਜਹੁ, ਸੰਤਹਿ ਕੀ ਸਿਖ ਲੇਹੋ। ਪ੍ਰੀਤ ਕਰੋ ਸਦ ਏਕ ਸਿਉ, ਯਾ ਸਾਚਾ ਯਸ ਨੇਹੋ। ਕਾਰਨ ਕਰਨ ਕਰਾਵਨੋ, ਸਭ ਵਿਦ ਏਕੈ ਹਾਥ। ਜਿਤ ਜਿਤ ਲਾਭ ਹੋ ਤਿਤ ਤਿਤ ਲਗਹਿ, ਨਾਨਕ ਜੰਤ ਨਾਥ। ਜਿਤ ਜਿਤ ਲਾਭ ਹੋ ਤਿਤ ਤਿਤ ਲਗਹਿ, ਨਾਨਕ ਜੰਤ ਨਾਥ। ਇਹ ਜੋ ਪਾਵਨ ਪਵਿੱਤਰ ਸ਼ਬਦ ਹੈ, ਇਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਅੰਗ 257 ਤੇ ਸੁਭਾਏਮਾਨ ਹੈ। ਤੇ ਇਸ ਬਾਣੀ ਦਾ ਨਾਮ ਹੈ ਸ੍ਰੀ ਬਾਵਨ ਅੱਖਰੀ। ਹਰ ਰੋਜ਼ ਸਤਿਗੁਰੂ ਇੱਕ ਅੱਖਰ ਤੇ ਉਪਦੇਸ਼ ਦਿੰਦੇ ਨੇ। ਤੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਨਾਨਕ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦੇ ਸ਼੍ਰੀ ਮੁਖ ਤੋਂ ਉਚਾਰੇ ਹੋਏ ਬਚਨ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਪਾਵਨ ਬਚਨ ਵਿੱਚ ਸਾਨੂੰ ਬਹੁਤ ਉੱਚੀ ਗੱਲ ਸਮਝਾਉਂਦੇ ਨੇ। ਗੁਰਮੁਖੋ, ਬਾਣੀ ਵਿੱਚ ਨੀਵੇਂ ਪੱਧਰ ਦੀ ਤਾਂ ਗੱਲ ਹੀ ਨਹੀਂ ਕੋਈ। ਬਾਣੀ ਦਾ ਇੱਕ ਇੱਕ ਅੱਖਰ ਸਾਡੇ ਜੀਵਨ ਨੂੰ ਉੱਚਾ ਚੱਕਦਾ ਹੈ। ਅਸੀਂ ਜਿਹੜੇ ਦੁਨਿਆਵੀ ਜੀਵ ਹਾਂ,
ਪਦਾਰਥਵਾਦ ਦਾ ਸਾਡੇ ਉੱਤੇ ਬਹੁਤ ਜ਼ੋਰ ਹੈ, ਅਰ ਕੇਵਲ ਤੇ ਕੇਵਲ ਪਦਾਰਥਾਂ ਨੂੰ ਹੀ ਅਸੀਂ ਜ਼ਿੰਦਗੀ ਸਮਝਿਆ ਹੋਇਆ। ਜੋ ਜਿਹਦੇ ਕੋਲ ਚਾਰ ਪਦਾਰਥ ਜ਼ਿਆਦੇ ਨੇ, ਬਸ ਉਹਨੂੰ ਅਸੀਂ ਕਹਿ ਦਿੰਦੇ ਹਾਂ ਬਹੁਤ ਵੱਡਾ ਬੰਦਾ ਹੈ। ਇਹ ਆਮ ਸ਼ਬਦ ਨੇ ਗੁਰਮੁਖੋ ਸਾਡੇ ਜ਼ਿੰਦਗੀ ਵਿੱਚ। ਚਾਰ ਛਿੱਲੜ ਮਾਇਆ ਬਹੁਤੀ ਹੈ, ਵੱਡਾ ਬੰਦਾ ਹੈ ਜੀ। ਕਿਸੇ ਕੋਲੇ ਕੋਈ ਰੁਤਬਾ ਆ ਗਿਆ, ਚਾਰ ਦਿਹਾੜਿਆਂ ਖਾਤਰ ਕੁਰਸੀ ਮਿਲ ਗਈ, ਉਹਨੂੰ ਵੀ ਕਹਿ ਦਿੰਦੇ ਹਾਂ ਵੱਡਾ ਬੰਦਾ, ਵੱਡੀਆਂ ਗੱਲਾਂ। ਇੱਕ ਗੱਲ ਯਾਦ ਰੱਖਿਓ, ਵੱਡੀਆਂ ਗੱਲਾਂ ਤਾਂ ਸਿਰਫ ਵਾਹਿਗੁਰੂ ਦੀਆਂ ਨੇ, ਬੰਦਿਆਂ ਦੀਆਂ ਤਾਂ ਛੋਟੀਆਂ ਹੀ ਗੱਲਾਂ ਨੇ। ਵੱਡੀਆਂ ਗੱਲਾਂ ਤਾਂ ਸਤਿਗੁਰੂ ਦੀਆਂ ਨੇ। ਕਹੋ ਨਾਨਕ ਕਰਤੇ ਕੀਆਂ ਬਾਤਾਂ। ਬੰਦੇ ਦੀਆਂ ਗੱਲਾਂ ਵੱਡੀਆਂ ਨਹੀਂ ਹੋ ਸਕਦੀਆਂ, ਕਿਉਂਕਿ ਬੰਦਾ ਤਾਂ ਕਿਸੇ ਹੱਦ ਵਿੱਚ ਹੈ ਗੁਰਮੁਖੋ। ਇਹਨੂੰ ਸਾਸ ਗਰਾਸ ਦਿੱਤੇ ਨੇ, ਸਮਾਂ ਦਿੱਤਾ ਵਾਹਿਗੁਰੂ ਨੇ, ਉਨੀ ਕੁ ਹੱਦ ਹੈ ਇਹਦੀ ਬਣੀ ਹੋਈ, ਆਪਦੀ ਸੀਮਾ ਹੈ ਇਹਦੀ। ਬਸ ਜਿੱਦਾਂ ਮੁੱਕ ਜਾਏਗਾ ਗੱਲਾਂ ਵੀ ਮੁੱਕ ਜਾਣਗੀਆਂ, ਫਿਰ ਉਹ ਗੱਲਾਂ ਵੱਡੀਆਂ ਨਹੀਂ ਹੋ ਸਕਦੀਆਂ। ਵਾਹਿਗੁਰੂ ਪਰਮੇਸ਼ਰ ਦੀਆਂ ਗੱਲਾਂ ਵੱਡੀਆਂ ਨੇ। ਔਰ ਇੱਥੋਂ ਤੱਕ ਬਾਣੀ ਵਿੱਚ ਬਚਨ ਹੈ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਜਿਹੜੀਆਂ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦੀਆਂ, ਰੱਬ ਉਹ ਵਰਤਾ ਦਿੰਦਾ। ਅਸੀਂ ਸੋਚਿਆ ਵੀ ਨਹੀਂ ਹੁੰਦਾ। ਆਪਣਾ ਚਿੱਤ ਵਿਆਹਰ ਕਰੇ, ਜਿਹੜਾ ਵਾਹਿਗੁਰੂ ਸੋਚੀ ਬੈਠਾ ਉਹੀ ਹੋਏਗਾ। ਫਿਰ ਸਾਡੀਆਂ ਗੱਲਾਂ ਵੱਡੀਆਂ ਨਹੀਂ। ਬਾਣੀ ਦਾ ਬਚਨ ਹੈ, ਸੋ ਵੱਡਾ ਜਿਨ ਰਾਮ ਲਿਵ ਲਾਈ। ਤੇ ਅਸੀਂ ਪਦਾਰਥਵਾਦੀਆਂ ਨੇ, ਪਦਾਰਥਵਾਦ ਦੇ ਪੱਧਰ ਨਾਲ ਤੋਲਦੇ ਹਾਂ ਦੁਨੀਆ ਵਿੱਚ ਕਿ ਫਲਾਣਾ ਵੱਡਾ ਹੈ। ਤੇ ਅਸੀਂ ਸਾਰੀ ਦੌੜ ਸਾਡੀ ਜ਼ਿੰਦਗੀ ਦੀ ਇਸੇ ਗੱਲ ਵਿੱਚ ਹੈ ਕਿ ਜਿੰਨੇ ਪਦਾਰਥ ਜ਼ਿਆਦੇ ਇਕੱਠੇ ਹੋਣਗੇ, ਓਨਾ ਮੈਂ ਜ਼ਿਆਦੇ ਵੱਡਾ ਹੋਊਂਗਾ। ਅੱਜ ਦੇ ਬਚਨ 'ਚ ਸਤਿਗੁਰ ਕਹਿੰਦੇ ਨੇ ਨਾ, ਥਾਕੇ ਬਹੁ ਵਿਦ ਘਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਥ। ਸਾਰੀ ਉਮਰ ਵੀ ਲੰਘ ਗਈ, ਕਈ ਪੀੜ੍ਹੀਆਂ ਵੀ ਲੰਘ ਗਈਆਂ, ਪਰ ਵੱਡੇ ਹੋਣ ਦੀ ਤ੍ਰਿਸ਼ਨਾ ਨਹੀਂ ਮੁੱਕੀ। ਹੁਣ ਅਸੀਂ ਕਹਿੰਦੇ ਹਾਂ ਅਸੀਂ ਵੱਡੇ ਹੋ ਜਾਈਏ। ਪਹਿਲਾਂ ਮਾਂ ਪਿਓ ਕਹਿੰਦੇ ਸੀ, ਪਹਿਲਾਂ ਦਾਦੇ ਪੜਦਾਦੇ ਕਹਿੰਦੇ ਸੀ, ਮੈਂ ਬਹੁਤ ਖਪਿਆ, ਮੈਂ ਬਹੁਤ ਕੰਮ ਚੱਕਿਆ, ਬਹੁਤ ਵੱਡਾ ਹੋ ਗਿਆ। ਮਹਾਰਾਜ ਕਹਿੰਦੇ ਤ੍ਰਿਪਤੀ ਨਹੀਂ ਆਈ। ਕਿੰਨੇ ਪਦਾਰਥ ਮਿਲ ਗਏ, ਪਰ ਅੰਦਰੋਂ ਤ੍ਰਿਸ਼ਨਾ ਨਹੀਂ ਮੁੱਕੀ। ਜੋ ਕੁਛ ਕੋਲੇ ਹੈ ਉਦੋਂ ਅੱਗੇ ਚਾਹੀਦਾ। ਇਸੇ ਕਰਕੇ ਬਾਣੀ 'ਚ ਸਤਿਗੁਰਾਂ ਨੇ ਬਚਨ ਕੀਤਾ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਸਤਿਗੁਰ ਪਾਤਸ਼ਾਹ ਕਹਿੰਦੇ, ਭਾਈ ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਹਰੇਕ ਦੀ ਨਹੀਂ ਬੁਝਦੀ, ਕਿਸੇ ਬਿਰਲੇ ਦੀ ਬੁਝਦੀ ਹੈ। ਉਹ ਵੀ ਉਹਦੀ ਜਿਹਨੂੰ ਵਾਹਿਗੁਰੂ ਦੇ ਨਾਮ ਦੀ ਕਣੀ ਪ੍ਰਾਪਤ ਹੋ ਜੇ, ਜਿਹਨੂੰ ਪਰਮੇਸ਼ਰ ਦਾ ਨਾਮ ਮਿਲ ਜੇ, ਉਹਦੀ ਤ੍ਰਿਸ਼ਨਾ ਬੁਝੇਗੀ, ਨਹੀਂ ਦੂਜੇ ਦੀ ਤ੍ਰਿਸ਼ਨਾ ਨਹੀਂ ਬੁਝਦੀ। ਇਸੇ ਕਰਕੇ ਸਤਿਗੁਰ ਪਾਤਸ਼ਾਹ ਸਾਨੂੰ ਬਾਰ-ਬਾਰ ਬਾਣੀ 'ਚ ਗੱਲ ਕਹਿੰਦੇ ਨੇ ਕਿ ਬੰਦਿਆ ਪਦਾਰਥ ਇਕੱਠੇ ਕਰ ਲੈ, ਪਰ ਜੇ ਵਾਹਿਗੁਰੂ ਦਾ ਨਾਮ ਨਾ ਜਪਿਆ ਇਹ ਕਿਸੇ ਕੰਮ ਨਹੀਂ ਆਉਣੇ। ਤੇ ਬਾਣੀ ਵਿੱਚ ਬਚਨ ਹੈ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ। ਕਿਰਪਨ ਕਹਿੰਦੇ ਨੇ ਕੰਜੂਸ ਨੂੰ। ਕੰਜੂਸ ਹੁੰਦੇ ਨੇ ਨਾ, ਪਿੰਡ ਹੁੰਦੇ ਨੇ, ਘਰ 'ਚ ਕੰਜੂਸ ਹੁੰਦੇ ਨੇ। ਸਾਰੀ ਜ਼ਿੰਦਗੀ ਮਾਇਆ ਜੋੜਦਿਆਂ ਦੀ ਲੰਘ ਗਈ, ਇੱਕ ਪਿੰਡ ਵੀ ਉਹਦਾ ਸੁੱਖ ਨਹੀਂ ਲਿਆ ਗਿਆ। ਬੈਂਕ 'ਚ ਸਾਡਾ 5 ਲੱਖ ਪਿਆ, ਸਾਡਾ 10 ਪਿਆ, ਕੋਈ ਕਹਿੰਦਾ ਮੇਰਾ 20 ਪਿਆ।
ਤੇ ਤੁਸੀਂ ਬਹੁਤੇ ਤਾਂ ਮੈਂ ਇੱਥੋਂ ਤੱਕ ਦੇਖੇ ਨੇ ਗੁਰਮੁਖ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, 2-2 4-4 ਸਾਲ ਤੱਕ ਕੱਪੜਾ ਨਹੀਂ ਸਮਾ ਕੇ ਪਾਉਂਦੇ। ਕਿਰਸ ਚੰਗੀ ਹੈ, ਕੋਈ ਮਾੜੀ ਨਹੀਂ, ਪਰ ਜੇ ਪਦਾਰਥ ਜੋੜੇ ਉਹਨਾਂ ਦਾ ਸੁੱਖ ਨਾ ਲਿਆ, ਫਿਰ ਕਿਸ ਕੰਮ ਖਾਤਰ ਜੋੜੇ। ਸਾਰੀ ਗਰਮੀ ਪਸੀਨਾ ਚੋਂਦੇ ਦੀ ਲੰਘ ਜਾਂਦੀ ਹੈ, 700 ਦਾ ਪੱਖਾ ਨਹੀਂ ਲੈ ਕੇ ਲਾਉਂਦਾ। ਦੂਜਿਆਂ ਨੂੰ ਕਹੋ ਦੇਖੀ ਮੇਰੀ ਕਾਪੀ ਤੇ ਵਿਆਜ ਕਿੰਨਾ ਜੁੜ ਗਿਆ, ਉਹ ਕੰਜੂਸ ਹੋਇਆ ਨਾ। ਤੂੰ ਇਹਨੂੰ ਗੁਜ਼ਾਰੇ ਵਾਸਤੇ ਤਾਂ ਵਰਤ, ਸੁੱਖ ਤਾਂ ਲੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਮਾਇਆ ਜੋੜੀ ਹੋਈ, ਜਿਵੇਂ ਕੰਜੂਸ ਦੀ ਕਿਸੇ ਕੰਮ ਨਹੀਂ ਨਾ ਆਉਂਦੀ। ਵਾਹਿਗੁਰੂ ਦੇ ਨਾਮ ਬਿਨਾਂ ਤੇਰੇ ਕੋਈ ਕੰਮ ਨਹੀਂ ਆਉਣੇ, ਕਿਸੇ ਕੰਮ ਨੇ, ਸਭ ਕੰਮ ਬਿਰਥੇ ਹੋ ਜਾਣਗੇ। ਤੂੰ ਦੁਨੀਆ 'ਚ ਕੁਛ ਕਰੀ ਚੱਲ, ਜਿੰਨਾ ਚਿਰ ਰੱਬ ਦਾ ਨਾਮ ਨਾ ਜਪੇ, ਉਹਨਾਂ ਚਿਰ ਕੋਈ ਵੀ ਕਰਮ ਸਫਲ ਨਹੀਂ ਹੈ। ਬਹੁਤ ਗੁਰਮੁਖ ਕਹਿੰਦੇ ਨੇ ਮੈਨੂੰ ਨਾਮ ਜਪਣ ਦੀ ਕੀ ਲੋੜ ਹੈ, ਮੇਰਾ ਤਾਂ ਮਨ ਬਹੁਤ ਸਾਫ਼ ਹੈ। ਮਨ ਸਾਫ਼ ਕਿਸ ਕੰਮ ਆਊ, ਜਿਸ ਮਨ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਹੈ। ਕਈ ਕਹਿੰਦੇ ਨੇ ਮੈਨੂੰ ਨਾਮ ਜਪਣ ਦੀ ਕੀ ਲੋੜ ਹੈ, ਮੈਂ ਕਿਹੜਾ ਕੋਈ ਪਾਪ ਕਰਦਾ। ਆਮ ਸਵਾਲ ਨੇ ਸਾਡੇ ਦੁਨੀਆ ਦੇ ਲੋਕਾਂ ਦੇ। ਉਹਨਾਂ ਨੂੰ ਜਵਾਬ ਦਿੱਤਾ ਬਾਣੀ ਨੇ, ਤੂੰ ਕੁਛ ਬਣ ਜਾ, ਦਾਨੀ ਬਣ ਜਾ, ਗਿਆਨੀ ਬਣ ਜਾ, ਧਿਆਨੀ ਬਣ ਜਾ। ਉਹ ਪਰ ਜਿੰਨਾ ਚਿਰ ਵਾਹਿਗੁਰੂ ਦਾ ਨਾਮ ਤੇਰੇ ਯਾਦ ਨਹੀਂ, ਰੱਬ ਯਾਦ ਨਹੀਂ, ਉਹਨਾਂ ਚਿਰ ਕਿਸੇ ਕੰਮ ਨਹੀਂ ਇਹ ਤੇਰੇ ਕੰਮ। ਉਹਦਾ ਨਾਮ ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਲਾਂਘੀ ਜੋੜਦਿਆਂ ਦੀ, ਥਾਕੇ ਬਹੁ ਵਿਦ ਘਾਲ ਤੇ, ਬੜੀਆਂ ਘਾਲਣਾ ਘਾਲੀਆਂ ਪਰ ਤ੍ਰਿਪਤੀ ਨਹੀਂ ਆਈ। ਪਦਾਰਥ ਜੋੜ ਜੋੜ ਕੇ ਹੋਰ ਜੋੜ ਲਾਂ ਤ੍ਰਿਸ਼ਨਾ ਨਹੀਂ ਮੁੱਕੀ। ਤੇ ਅੱਗੇ ਸਤਿਗੁਰ ਕਹਿੰਦੇ ਸੰਚ ਸੰਚ ਸਾਕਤ ਮੂਏ, ਇਕੱਠੀ ਕਰ ਕਰਕੇ ਮਰ ਗਏ। ਇਹ ਕਿਸੇ ਦੇ ਨਾਲ ਵੀ ਨਹੀਂ ਗਈ, ਇੱਥੇ ਹੀ ਛੱਡ ਕੇ ਗਏ ਨੇ। ਬਥੇਰੇ ਗੰਜ ਜੋੜ ਕੇ ਦੁਨੀਆ ਕਮਾਈਆਂ ਕਰਕੇ ਤੁਰ ਗਏ, ਕਿਸੇ ਦੇ ਨਾਲ ਇਹ ਗਈ ਨਹੀਂ ਹੈ। ਤੇ ਇੱਕ ਡਿਗਰੀ ਹੈ ਸਾਕਤ। ਸਾਕਤ ਕਹਿੰਦੇ ਨੇ ਗੁਰਮੁਖੋ ਚੋਰ ਨੂੰ, ਚੋਰਾਂ ਦੇ ਮਹਿਕਮੇ ਦੀ ਸਭ ਤੋਂ ਵੱਡੀ ਡਿਗਰੀ ਹੈ ਸਾਕਤ। ਚੋਰ ਇੱਕ ਤਰ੍ਹਾਂ ਦਾ ਨਹੀਂ ਹੁੰਦਾ। ਇੱਕ ਚੋਰ ਤਾਂ ਧਨ ਦਾ ਹੁੰਦਾ, ਕਿਸੇ ਦੇ ਪੈਸੇ ਚੱਕ ਲਏ, ਕਿਸੇ ਦੀ ਕੋਈ ਚੀਜ਼ ਚੱਕ ਲਏ, ਪਦਾਰਥ ਦਾ ਚੋਰ ਹੈ। ਇੱਕ ਤਨ ਦਾ ਚੋਰ ਹੁੰਦਾ, ਕਿਸੇ ਦੇ ਤਨ ਪ੍ਰਤੀ ਬੁਰੀ ਨਜ਼ਰ ਰੱਖਣੀ, ਸਰੀਰ ਤੇ ਗੰਦੀ ਨਿਗਾਹ, ਮੈਲੀ ਨਿਗਾਹ ਨਾਲ ਦੇਖਣਾ, ਉਹ ਤਨ ਦੇ ਚੋਰ ਨੇ। ਤੇ ਜਿਹੜੇ ਨਾਮ ਨਹੀਂ ਜਪਦੇ, ਇਹ ਮਨ ਦੇ ਚੋਰ ਨੇ। ਮਨੁੱਖ ਜਨਮ ਮਿਲ ਗਿਆ, ਵਾਹਿਗੁਰੂ ਦਾ ਨਾਮ ਫੇਰ ਵੀ ਨਹੀਂ ਲੈਂਦੇ। ਨਾਲੇ ਇੰਨਾ ਦੁਰਲਭ ਜਨਮ ਦਿੱਤਾ ਰੱਬ ਨੇ। ਯਾਦ ਰੱਖਿਓ ਆਪਾਂ ਸਾਰੇ ਵਿੱਚੇ ਮੈਂ ਆ, ਤੁਸੀਂ ਵੀ। ਜੇ ਰੱਬ ਦਾ ਨਾਮ ਨਾ ਲਿਆ, ਚੋਰਾਂ 'ਚ ਗਿਣਤੀ ਹੈ ਸਾਡੀ। ਐਡਾ ਮਹਿੰਗਾ, ਐਡਾ ਦੁਰਲਭ ਜਨਮ ਵਾਹਿਗੁਰੂ ਨੇ ਸਾਨੂੰ ਦਿੱਤਾ ਹੈ, ਤੇ ਨਾਮ ਅਸੀਂ ਜਪਦੇ ਨਹੀਂ। ਚੋਰ ਹਾਂ, ਰੱਬ ਦੇ ਚੋਰ, ਪਰਮਾਤਮਾ ਦੇ ਚੋਰ। ਬਾਣੀ ਵਿੱਚ ਬਚਨ ਆਉਂਦਾ ਸਾਕਤ ਨੇ, ਉਹ ਚੋਰ ਨੇ। ਤੇ ਸਤਿਗੁਰ ਕਹਿੰਦੇ ਇਹ ਚੋਰ ਜੋੜ ਜੋੜ ਕੇ ਧਰ ਗਏ, ਇਹਨਾਂ ਨਾਲ ਨਹੀਂ ਗਈ, ਕਿਸੇ ਨਾਲ ਨਹੀਂ ਗਈ। ਮਾਇਆ ਨਾ ਸਾਥ। ਅੱਗੇ ਸਤਿਗੁਰ ਫਿਰ ਸਮਝਾਉਂਦੇ ਨੇ ਪੌੜੀ ਦੇ ਬਚਨ ਵਿੱਚ। ਮਹਾਰਾਜ ਕਹਿੰਦੇ ਥੱਥਾ ਥਿਰ ਕੋ ਨਹੀਂ, ਕਾਏ ਪਸਾਰੋ ਪਾਵ। ਅੱਜ ਤੱਕ ਇਹ ਵੀ ਪਤਾ ਹੈ ਆਪਾਂ ਨੂੰ ਸਾਰਿਆਂ ਨੂੰ ਵੀ ਇੱਥੇ ਰਹਿਣਾ ਕਿਸੇ ਨੇ ਨਹੀਂ, ਸਭ ਨੇ ਤੁਰਨਾ। ਇਦੋਂ ਪਹਿਲਾਂ ਬਹੁਤ ਤੁਰ ਗਏ, ਆਪੋ ਆਪਣੇ ਹੱਥੀਂ ਵੀ ਆਪਾਂ ਨੇ ਬਹੁਤ ਤੋਰੇ ਨੇ ਨਾ। ਜਦ ਹੱਥੀਂ ਬਹੁਤ ਤੋਰੇ ਨੇ, ਫਿਰ ਵੀ ਪੈਰ ਪਸਾਰੀ ਬੈਠਿਆਂ, ਕਹਿੰਦੇ ਮੈਨੂੰ ਕਿਹੜਾ ਠਾਉਣ ਵਾਲਾ। ਨਾਲੇ ਰਹਿਣਾ ਕਿਸੇ ਨੇ ਨਹੀਂ ਪਤਾ ਹੈ,
ਮਨ ਵਿੱਚ ਫੇਰ ਵੀ ਇਹ ਬਸੀ ਹੋਈ ਆ, ਮੈਨੂੰ ਕਿਹੜਾ ਕੱਢ ਸਕਦਾ ਇੱਥੋਂ, ਮੇਰੇ ਤੋਂ ਅੱਗੇ ਕਿਹੜਾ ਹੋ ਸਕਦਾ ਹੈ। ਪੈਰ ਪਸਾਰੇ ਵੇ ਨੇ, ਨਾ ਹੋਵੇ ਤਾਂ ਮੇਰੇ ਹੀ ਹੋਵੇ, ਦੁਨੀਆ ਜਾਣੇ ਤਾਂ ਮੈਨੂੰ ਹੀ ਜਾਣੇ, ਬਸ ਮੇਦੋਂ ਬਾਅਦ ਤਾਂ ਵਾਹਿਗੁਰੂ ਨੇ ਬੰਦਾ ਬਣਾਇਆ ਹੀ ਨਹੀਂ ਕੋਈ। ਇਹ ਸਾਡੇ ਪੈਰ ਪਸਾਰੇ ਹੋਏ ਨੇ। ਸਤਿਗੁਰ ਨੇ ਕਈ ਜਗ੍ਹਾ ਤੇ ਫਿਰ ਕਰੜੇ ਬਚਨ ਨਾਲ ਸਮਝਾਇਆ, ਜਦ ਸਮਝੇ ਨਾ ਕੋਈ। ਮਹਾਰਾਜ ਕਹਿੰਦੇ ਕੋਈ ਥਿਰ ਨਹੀਂ, ਫਿਰ ਵੀ ਭਾਈ ਪੈਰ ਪਸਾਰੀ ਬੈਠਾ, ਕਿਉਂ ਪਸਾਰਦਾ ਕਾਏ ਪਸਾਰੋ ਪਾਵ, ਫਿਰ ਅਨਕ ਬੰਚ ਬਲ ਛਲ ਕਰੋ। ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਬਲ ਕਰਦਾ, ਕਿੰਨੇ ਕੁ ਛਲ ਕਰਦਾ, ਕਿੰਨਾ ਕੁ ਕੁਛ ਕਰਦਾ, ਪਤਾ ਹੀ ਨਹੀਂ ਹੈ। ਕਿੰਨੀਆਂ ਕੁ ਠੱਗੀਆਂ, ਕਿੰਨੀਆਂ ਕੁ ਚੋਰੀਆਂ, ਕਿੰਨੀਆਂ ਕੁ ਜੁਗਤੀਆਂ ਬਣਾਉਂਦਾ। ਰਾਤ ਨੂੰ ਸੌਣ ਵੇਲੇ ਸੋਚ ਕੇ ਪੈਂਦਾ, ਤੜਕੇ ਨੂੰ ਐਂ ਚਲਾਕੀ ਵਰਤਣੀ ਹੈ। ਤੜਕੇ ਉੱਠਦਾ ਫੇਰ ਸੋਚਦਾ ਅੱਜ ਫਲਾਣੇ ਨਾਲ ਚਲਾਕੀ ਕਰਨੀ ਹੈ, ਫਲਾਣੇ ਦਾ ਹਿੱਸੇ ਵਿੱਚੋਂ ਕੁਛ ਲੈਣਾ, ਕੁਛ ਪ੍ਰਾਪਤ ਕਰਨਾ। ਇਹ ਛਲ ਹੈ ਨਾ, ਠੱਗੀ ਹੈ। ਮਹਾਰਾਜ ਕਹਿੰਦੇ ਅਨਕ ਬੰਚ ਬਲ ਛਲ ਕਰੇ, ਅਨੇਕ ਪ੍ਰਕਾਰ ਨਾਲ ਬਲ ਛਲ ਕਰਨੇ। ਤੇ ਕਾਰਨ ਕੀ ਹੈ? ਬਸ ਇੱਕ ਮਾਇਆ ਪਦਾਰਥ ਜੁੜ ਜਾਣ। ਸਤਿਗੁਰੂ ਕਹਿੰਦੇ ਫਿਰ ਕਰੇਂਗਾ ਕੀ ਪਦਾਰਥਾਂ ਦਾ, ਨਾਲੇ ਜਾਣੇ ਨਹੀਂ ਤੇ ਤੂੰ ਰੋਜ਼ ਇਹਨਾਂ ਨੂੰ ਜੋੜਨ ਵਿੱਚ ਲੱਗੇ। ਅਗਲੇ ਬਚਨ 'ਚ ਧੰਨ ਗੁਰੂ ਮਹਾਰਾਜ ਕਹਿੰਦੇ ਥਿਤ ਪਾਵੋ ਗੋਬਿੰਦ ਭਜੋ। ਜੇ ਦੁਨੀਆ ਵਿੱਚ ਨਾਂ ਰੱਖਣਾ ਹੈ ਨਾ ਕੁਛ, ਤਾਂ ਵਾਹਿਗੁਰੂ ਦੇ ਨਾਮ ਨਾਲ ਜੁੜ ਜਾ। ਰੱਬ ਦੇ ਭਗਤਾਂ ਦਾ ਨਾਮਾ ਨਹੀਂ ਕੋਈ ਮੇਟ ਸਕਦਾ ਦੁਨੀਆ 'ਚ, ਉਹ ਕਦੇ ਨਹੀਂ ਮਰਦੇ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ। ਕਿੰਨੇ ਕਿੰਨੇ ਸਾਲ ਹੋ ਗਏ ਰੱਬ ਦੇ ਪਿਆਰੇ ਮਹਾਂਪੁਰਖਾਂ ਨੂੰ ਸਰੀਰ ਦੇ ਓਹਲਾ ਕਰਕੇ ਗਿਆਨ ਨੂੰ। 1975 ਦੀ 1977 ਦੀ 25 ਜਨਵਰੀ ਜਦ ਸੰਤ ਬਾਬਾ ਚੇਤਨ ਦਾਸ ਜੀ ਮਹਾਰਾਜ ਨੇ ਆਪਣਾ ਪੰਚ ਭੌਤਿਕ ਸਰੀਰ ਤਿਆਗਿਆ, ਪੰਚ ਭੌਤਿਕ ਸਰੀਰ, ਤੇ ਦੇਖ ਲਓ ਅੱਜ ਤੱਕ ਉਹ ਅਜੇ ਜੀਵਤ ਨੇ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਤੇ ਕਿਹਦੇ ਨਾਲ ਨੇ? ਸਾਧ ਸੰਗਤ ਨੇ ਦਰਸ਼ਨ ਪਾਇਆ। ਉਹ ਆਪਣੀ ਸੰਗਤ ਵਿੱਚ ਨੇ, ਉਹ ਆਪਦੇ ਪਿਆਰਿਆਂ ਦੇ ਨਾਲ ਹੀ ਨੇ, ਸੇਵਕਾਂ ਦੇ ਨਾਲ ਹੀ ਨੇ। ਮਹਾਰਾਜ ਕਹਿੰਦੇ ਜੇ ਨਾਂ ਰੱਖਣਾ ਵਾਹਿਗੁਰੂ ਦੇ ਨਾਮ ਨਾਲ ਜੁੜ ਜਾ। ਬਹੁਤ ਜ਼ਰੂਰੀ ਹੈ ਨਾਮ ਨਾਲ ਜੁੜਨਾ। ਸੇਵਾ, ਸਿਮਰਨ, ਦਇਆ, ਧਰਮ, ਸਿਮਰਨ ਜ਼ਰੂਰੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆ ਤਾਰਦੇ ਤਾਰਦੇ ਸਿੰਧ ਸਖਰ ਜਾ ਪਹੁੰਚੇ। ਸਿੰਧ, ਜਦ ਸਿੰਧ ਵਿੱਚ ਸਤਿਗੁਰ ਗਏ, ਬਹੁਤ ਸਿੰਧੀ ਸਿੱਖ ਹੈਗੇ, ਪਰ ਦੁੱਖ ਨਾਲ ਹੁੰਦਾ ਹੁਣ ਸਾਡਿਆਂ ਨੇ ਬਹੁਤ ਤੋੜ ਦਿੱਤੇ ਸਿੰਧੀ। ਸਿੰਧ ਵਿੱਚ ਬਹੁਤ ਪ੍ਰਚਾਰ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਸਿੰਧ ਵਿੱਚ ਗਏ ਸੀ। ਉਹਨਾਂ ਤੋਂ ਬਾਅਦ ਬਾਬਾ ਸ੍ਰੀ ਚੰਦ ਸਾਹਿਬ ਵੀ ਸਿੰਧ ਵਿੱਚ ਗਏ ਸੀ। ਸਿੰਧ ਦੇ ਬਹੁਤ ਸਾਧੂ ਵੀ ਹੋਏ ਨੇ। ਹੁਣ ਤਾਂ ਪਾਕਿਸਤਾਨ 'ਚ ਰਹਿ ਗਿਆ ਨਾ ਸਿੰਧ ਦਾ ਇਲਾਕਾ। ਸਿੰਧ ਦੇ ਵਿੱਚੋਂ ਬਥੇਰੇ ਸਾਧੂ ਵੀ ਹੋਏ ਨੇ। ਸ਼੍ਰੀ ਤਰਨ ਤਾਰਨ ਸਾਹਿਬ ਜਦ ਦਰਬਾਰ ਸਾਹਿਬ ਦਾ ਦਰਸ਼ਨ ਕਰਦੇ ਹੋ ਨਾ, ਪੰਜਵੇਂ ਸਤਿਗੁਰਾਂ ਦਾ ਵਸਾਇਆ ਹੋਇਆ ਤੀਰਥ ਹੈ, ਉਹਦੇ ਨੇੜੇ ਕੁਟੀ ਹੈ ਜਿੱਥੇ ਬਾਬਾ ਸ੍ਰੀ ਚੰਦ ਸਾਹਿਬ ਬੈਠੇ ਸੀ। ਉਹਦੀ ਸੇਵਾ ਇੱਕ ਸਾਧੂ ਨੇ ਕੀਤੀ ਸੀ ਜਿਹੜਾ ਸਿੰਧ ਤੋਂ ਆਇਆ, ਤੇ ਉਹਦਾ ਨਾਮ ਉਦਾਸੀਨ ਸਿੰਧ ਕੁਟੀ ਹੈ। ਅੱਜ ਵੀ ਸਿੰਧੀ ਕੁਟੀਆ। ਸਿੰਧ ਦੇ ਸਿੱਖ ਬਹੁਤ ਹੋਏ ਨੇ, ਸਿੰਧੀ ਸਿੱਖ, ਪਰ ਅਸੀਂ ਤਾਂ ਤੋੜ ਦਿੱਤਾ ਨਾ ਸਿੱਖਾਂ ਨੂੰ। ਸਾਡਾ ਤਾਂ ਸੁਭਾਅ ਇਹ ਬਣ ਗਿਆ
कि नाल कोई रखने ही नहीं, बस सारिਆਂ ਨੂੰ ਨਾਲੋਂ ਲਾ ਦਿਓ, ਇਕੱਲੇ ਹੀ ਰਹਾਂਗੇ ਤੇ ਰਾਜ ਕਰਾਂਗੇ। ਸਾਡੇ ਤਾਂ ਖਿਆਲ ਕੁਛ ਹੋਰ ਹੋ ਗਏ। ਸਾਡੇ ਗੁਰੂ ਦੀ ਬੁੱਕਲ ਤਾਂ ਐਡੀ ਹੈ, ਇਹਦੇ ਵਿੱਚ ਸਾਰੇ ਬੈਠੇ ਨੇ ਨਾਲ, ਪਰ ਪਤਾ ਨਹੀਂ ਸਾਡਾ ਸੁਭਾਅ ਕੀ ਆ। ਅਸੀਂ ਤਾਂ ਆਪਣਿਆਂ ਨੂੰ ਵੀ ਤੋੜੀ ਜਾਂਦੇ ਹਾਂ, ਦੂਜਿਆਂ ਨੂੰ ਤਾਂ ਗਲ ਕੀ ਲਾਉਣਾ। ਗੁਰੂ ਨਾਨਕ ਦੀ ਬੁੱਕਲ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਬਾਬਾ ਫਰੀਦ ਵੀ ਬੈਠਾ ਹੈ, ਮੁਸਲਮਾਨ ਫਕੀਰ। ਗੁਰੂ ਨਾਨਕ ਦੀ ਗੋਦ ਵਿੱਚ ਤਾਂ ਬ੍ਰਾਹਮਣ ਜੈਦੇਵ ਬੈਠਾ ਹੈ, ਭਗਤ ਜੈਦੇਵ ਬ੍ਰਾਹਮਣ ਹੈ। ਕੱਪੜੇ ਛਾਪਣ ਵਾਲਾ ਨਾਮਦੇਵ ਵੀ ਬੈਠਾ। ਬਹੁਤ ਵੱਡੀ ਬੁੱਕਲ ਹੈ ਸਾਡੇ ਗੁਰੂ ਦੀ। ਹੁਣ ਸਾਡੇ ਦਿਲ ਛੋਟੇ ਛੋਟੇ ਹੋ ਗਏ। ਅਸੀਂ ਤਾਂ ਇੱਥੇ ਤੱਕ ਆ ਪਹੁੰਚੇ। ਇੱਕ ਪੰਜਾਬੀ ਦਾ ਮੁਹਾਵਰਾ ਹੈ, ਸ਼ਰੀਕ ਉਜੜਿਆ ਤੇ ਵਿਹੜਾ ਮੋਕਲ। ਜੇ ਇੱਕ ਜਾਣਾ ਹਟੇਗਾ ਗੁਰਦੁਆਰੇ ਆਉਣੋਂ ਤੇ ਮੇਰੀ ਇਕੱਲੇ ਦੀ ਇਹ ਚੌਧਰ ਰਹੂਗੀ। ਹਟਾਉਣ ਤੇ ਦੁਨੀਆ ਲੱਗ ਗਈ, ਜੋੜਨਾ ਤਾਂ ਭੁੱਲ ਗਏ ਸਿੱਖ। ਹੁਣ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਿੰਧ ਸਖਰ ਜਾ ਪਹੁੰਚੇ। ਰਿਆਸਤਾਂ ਹੁੰਦੀਆਂ ਸੀ ਸਿੰਧ ਵਿੱਚ, ਜਿਵੇਂ ਆਪਣੇ ਸਾਰੀਆਂ ਰਿਆਸਤਾਂ ਸੀ। ਪੰਜਾਬ ਵਿੱਚ ਨਾਭਾ, ਜੀਂਦ, ਪਟਿਆਲਾ, ਸੰਗਰੂਰ, ਇਹ ਰਿਆਸਤਾਂ ਸੀ। ਸਿੰਧ ਵਿੱਚ ਵੀ ਰਿਆਸਤਾਂ ਸੀ। ਜਿਹੜੀ ਸਭ ਤੋਂ ਵੱਡੀ ਰਿਆਸਤ ਸੀ ਸਿੰਧ ਦੀ, ਉਹਦੇ ਰਾਜੇ ਦਾ ਨਾਮ ਸੀ ਸਿੰਧ ਸੇਨ। ਪਹਾੜੀ ਰਾਜਿਆਂ ਦਾ ਗੋਤ ਹੈ ਸੇਨ। ਆਮ ਆਪਾਂ ਪੰਜਾਬੀ 'ਚ ਸੈਨ ਕਹਿ ਦਿੰਦੇ ਹਾਂ, ਭੀਮ ਸੈਨ। ਸੇਨ ਗੋਤ ਹੈ ਪਹਾੜੀ ਰਾਜਿਆਂ ਦਾ। ਭਾਈ ਕਾਹਨ ਸਿੰਘ ਨਾਭਾ ਨੂੰ ਪੜ੍ਹੋ, ਉਹਨਾਂ ਨੇ ਸੇਨ ਦੱਸਿਆ ਕਿ ਗੋਤ ਹੈ ਮਹਾਨ ਕੋਸ਼ ਵਿੱਚ। ਪਹਾੜੀ ਰਾਜਿਆਂ ਦਾ ਗੋਤ ਹੈ ਸੇਨ, ਉਹਦਾ ਨਾਮ ਸੀ ਸਿੰਧ ਸੇਨ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਦੀ ਰਿਆਸਤ ਵਿੱਚ ਚਲੇ ਗਏ। ਉਹਨੂੰ ਪਤਾ ਲੱਗਿਆ ਵੀ ਸਤਿਗੁਰ ਆਏ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ। ਅਮੀਰ ਵਜ਼ੀਰ ਸਾਥ ਲੈ ਕੇ ਰਾਜਾ ਚਰਨਾਂ ਤੇ ਮੱਥਾ ਟੇਕਿਆ, ਬੇਨਤੀ ਕੀਤੀ ਸਤਿਗੁਰਾਂ ਨੂੰ, ਸੱਚੇ ਪਾਤਸ਼ਾਹ ਆਓ ਮੇਰੇ ਮਹਿਲਾਂ 'ਚ ਚਰਨ ਪਾਓ। ਤੇ ਜੇ ਤਾਂ ਅੱਜ ਵਾਲਾ ਮਹਾਤਮਾ ਹੁੰਦਾ ਕੋਈ ਸਮੇਂ ਦੇ ਨਾਲ, ਉਹਨੇ ਤਾਂ ਭੱਜ ਕੇ ਜਾਣਾ ਸੀ। ਰਾਜਾ ਬੁਲਾਉਂਦਾ, ਚੰਗੀ ਦਾਨ ਦਕਸ਼ਣਾ ਵੀ ਹੋਏਗੀ ਨਾ। ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਬਰਿਓ। ਸਤਿਗੁਰੂ ਕਹਿੰਦੇ, ਰਾਜਾ ਤੇਰੇ ਮਹਿਲਾਂ 'ਚ ਆਵਾਂਗੇ ਤਾਂ ਸਹੀ, ਪਰ ਅਜੇ ਨਹੀਂ, ਕੋਈ ਸਮਾਂ ਆਊਗਾ, ਸਮਾਂ ਵਿਚਾਰ ਕੇ ਆਵਾਂਗੇ। ਅਜੇ ਨਹੀਂ ਆਉਂਦੇ, ਕੋਈ ਸਮਾਂ ਬਣੇਗਾ ਤੇ ਫਿਰ ਆਵਾਂਗੇ। ਉਹ ਦਰਸ਼ਨ ਕਰਕੇ ਵਾਪਸ ਚਲਿਆ ਗਿਆ। ਸਮਾਂ ਲੰਘਿਆ, ਸਤਿਗੁਰੂ ਸਿੰਧ ਦੇ ਵਿੱਚ ਪ੍ਰਚਾਰ ਕਰਦੇ ਰਹੇ। ਜਦ ਮਾਘ ਦਾ ਮਹੀਨਾ ਆਇਆ, ਮਾਘ ਦੇ ਮਹੀਨੇ 'ਚ ਮਹਾਤਮ ਹੈ। ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰੇ ਇਸ਼ਨਾਨ। ਹਰ ਕਾ ਨਾਮ ਧਿਆਏ, ਸੁਣ ਸਭਨਾ ਨੂੰ ਕਰ ਦਾਨ। ਸਨਾਤਨ ਮਤ ਵਿੱਚ ਮਾਘ ਦੀ ਪੂਰਨਮਾਸੀ ਨੂੰ ਦਾਨ ਕਰਦੇ ਨੇ। ਪੂਰਨਮਾਸੀ ਮਾਘ ਦੀ, ਤੇ ਮਾਘ ਸੁਦੀ ਪੂਰਨਮਾਸੀ ਦਾ ਦਿਨ ਆਇਆ। ਰਾਜੇ ਸਿੰਧ ਸੇਨ ਨੇ ਬਹੁਤ ਵੱਡਾ ਇੱਕ ਯੱਗ ਰੱਖਿਆ ਹੋਇਆ ਸੀ। ਉਹ ਆਏ ਸਾਲ ਯੱਗ ਕਰਦਾ ਹੁੰਦਾ ਸਿੰਧ ਸੇਨ। ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਮਾਘ ਸੁਦੀ ਪੂਰਨਮਾਸੀ ਨੂੰ ਆਏ ਸਿੰਧ ਸੇਨ ਕੋਲੇ। ਖੁਸ਼ੀ ਹੋ ਗਈ, ਸਤਿਗੁਰਾਂ ਨੂੰ ਨਮਸਕਾਰ ਕਰਕੇ ਕਹਿੰਦਾ, ਮਹਾਰਾਜ ਬਹੁਤ ਸ਼ੁਭ ਸਮੇਂ 'ਤੇ ਤੁਸੀਂ ਚਰਨ ਪਾਏ ਨੇ। ਆਪਾਂ ਕੋਈ ਪ੍ਰੋਗਰਾਮ ਰੱਖਿਆ ਹੋਵੇ ਤੇ ਕੋਈ ਮਿੱਤਰ ਪਿਆਰਾ ਜਿਹੜਾ ਸ਼ਾਇਦ ਧਿਆਨ 'ਚੋਂ ਆਪਾਂ ਵਿਸਰ ਜਾਈਏ ਤੇ ਅਚਾਨਚੱਕ ਆ ਜਾਵੇ,
ਖੁਸ਼ੀ ਹੁੰਦੀ ਆ ਨਾ ਵੀ ਯਾਦ ਨਹੀਂ ਰਿਹਾ, ਬੁਲਾਉਣਾ ਭੁੱਲ ਗਏ, ਆਪੇ ਆ ਗਿਆ, ਚੰਗਾ ਹੋਇਆ, ਬੜੀ ਖੁਸ਼ੀ ਹੁੰਦੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਆਇਆਂ ਤੋਂ ਸਤਿਗੁਰ ਨੂੰ ਪਲੰਗ ਲਾ ਦਿੱਤਾ, ਆਸਣ ਵਿਛਾ ਦਿੱਤਾ, ਉੱਪਰ ਬਿਠਾਇਆ ਤੇ ਬੇਨਤੀ ਕਰਕੇ ਕਹਿੰਦਾ, ਮਹਾਰਾਜ ਦੱਸੋ ਕੀ ਛਕੋਗੇ, ਹੁਕਮ ਕਰੋ, ਕੀ ਲਿਆਵਾਂ। ਪੁੱਛਦੇ ਆ ਨਾ ਆਪਾਂ ਜਦੋਂ ਕੋਈ ਆਪਣੇ ਘਰ ਆਉਂਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਰਾਜਿਆ ਭੋਜਨ ਤਾਂ ਤੇਰਾ ਛਕਾਂਗੇ, ਪਰ ਪਹਿਲਾਂ ਤੇਰੇ ਨਾਲ ਇੱਕ ਬਚਨ ਕਰਨਾ। ਹੁਣ ਬਚਨ ਦਾ ਭਾਵ ਸਮਝ ਲਓ। ਬਚਨ ਵਿੱਚ ਅੰਤਰ ਹੈ। ਬਚਨ ਤਾਂ ਆਪਾਂ ਵੀ ਕਰਦੇ ਹਾਂ ਜਦੋਂ ਕੋਈ ਆਪਣੇ ਆਉਂਦਾ, ਅਸੀਂ ਪਤਾ ਕੀ ਪੁੱਛਦੇ ਹਾਂ, ਜਾਂ ਸਾਡੇ ਘਰੇ ਆਊ, ਫਸਲਬਾੜੀ ਚੰਗੀ ਹੈ, ਪਰਿਵਾਰ ਚੰਗਾ, ਪਸ਼ੂ ਠੀਕ ਨੇ। ਇਹ ਤਾਂ ਆਪਣਾ ਕਾਰਜ ਹੀ ਨਹੀਂ, ਇਹ ਤਾਂ ਜਿਹਦੇ ਪਸ਼ੂ ਨੇ ਉਹਨੇ ਆਪੇ ਸੰਭਾਲ ਲੈਣੇ ਨੇ, ਜਿਹਦੇ ਘਰੇ ਬੰਨੇ ਹੋਏ ਨੇ, ਜਿਹਨੇ ਬੀਜੀ ਹੈ ਉਹ ਆਪੇ ਵਧੀਆ ਘਟੀਆ ਦੇਖੂਗਾ, ਜਿਹਦਾ ਪਰਿਵਾਰ ਹੈ, ਬੱਚੇ ਹੈ, ਉਹਨੂੰ ਫਿਕਰ ਹੋਊਗਾ। ਸਾਡਾ ਸੁਭਾਅ ਬਣ ਗਿਆ ਗੁਰਸਿੱਖੋ, ਇਹੋ ਜਿਹਾ ਬਚਨ ਨਾ ਕਦੇ ਕਿਸੇ ਨਾਲ ਕਰੋ। ਜਦ ਸਿੱਖ ਨੂੰ ਸਿੱਖ ਮਿਲੇ ਬਚਨ ਕਰਿਆ ਕਰੋ। ਜਪਜੀ ਸਾਹਿਬ ਪੜ੍ਹਦਾ ਹੁੰਨਾ ਕਿ ਨਾ, ਸ਼੍ਰੀ ਰਹਿਰਾਸ ਸਾਹਿਬ ਦਾ ਪਾਠ ਕਰਦਾ ਕਿ ਨਾ, ਤੇਰਾ ਸਿਮਰਨ ਕਿੰਨਾ ਕੁ ਰੋਜ਼ ਦਾ, ਇਹੋ ਜਿਹੇ ਬਚਨ ਕਰਿਆ ਕਰੋ। ਅਸੀਂ ਤਾਂ ਫਤਿਹ ਬੁਲਾਉਣੀ ਵੀ ਛੱਡਤੀ, ਸਿੱਖ ਨੇ ਸਿੱਖ ਨੂੰ ਹੱਥ ਖੜਾ ਕਰਕੇ ਦੁਨੀਆ ਬੁਲਾਉਣ ਲੱਗ ਪਈ। ਤੇ ਮਾਈਆਂ ਦੀ ਇੰਟਰੋਡਕਸ਼ਨ ਸ਼ੁਰੂ ਹੁੰਦੀ ਹੈ, ਕੱਪੜੇ ਤੋਂ ਸੂਟ ਲਿਆਂਦਾ ਕਿੱਥੋਂ ਹੈ, ਭੁੱਲ ਗਏ ਬਚਨ ਕਰਨੇ ਸਾਨੂੰ। ਗੁੱਸਾ ਜੇ ਨਾਲ ਕੋਈ ਗੱਲ ਕਰਨੀ ਹੈ ਤਾਂ ਰੱਬ ਦੇ ਘਰ ਦੀ ਕਰਿਆ ਕਰੋ, ਪਰਮਾਤਮਾ ਪਰਮੇਸ਼ਰ ਦੇ ਨਾਮ ਦੀ ਕਰਿਆ ਕਰੋ। ਅਸੀਂ ਛੱਡ ਦਿੱਤੀਆਂ ਗੱਲਾਂ ਕਰਨੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਬਚਨ ਕਰਨਾ ਰਾਜਿਆ। ਸਾਡੇ ਬਚਨ ਮੁੱਕ ਗਏ। ਅਸੀਂ ਤਾਂ ਕੇਵਲ ਤੇ ਕੇਵਲ ਬਸ ਦਿਖਾਵੇ ਬਾਜੀ ਹੈ। ਗੁਰਮੁਖੋ ਯਾਦ ਰੱਖਿਓ, ਸਿੱਖ ਤਾਂ ਅਸੀਂ ਹੈਗੇ, ਪਰ ਸਿੱਖੀ ਸਾਡੇ ਵਿੱਚੋਂ ਨਿਕਲ ਗਈ, ਕਿਉਂਕਿ ਸਾਡੀਆਂ ਗੱਲਾਂ 'ਚ ਸਿੱਖੀ ਦੀ ਗੱਲ ਨਹੀਂ ਰਹੀ। ਤੁਸੀਂ ਦੁੱਖ ਨਾ ਮਨਾਉਣਾ, 5 ਕਕਾਰ ਧਾਰਨ ਕਰ ਲੈਣੇ, ਚੰਗੇ ਚਿੱਟੇ ਕੱਪੜੇ ਪਾ ਲੈਣੇ, ਚੰਗੀ ਦਸਤਾਰ ਬੰਨ੍ਹ ਲੈਣ ਨਾਲ ਸਿੱਖ ਨਹੀਂ ਬਣ ਜਾਂਦਾ ਕੋਈ। ਸਿੱਖ ਉਦੋਂ ਬਣਦਾ ਹੈ ਜਦ ਗੁਰੂ ਦੇ ਵਿਚਾਰਾਂ ਨਾਲ ਵਿਚਾਰ ਮਿਲ ਜਾਣ। ਸਿੱਖੀ ਸਿੱਖਿਆ ਗੁਰ ਵਿਚਾਰ। ਸੰਤਗਿਰੀ ਵੀ ਇਹ ਕੱਪੜਿਆਂ ਦਾ ਨਾਮ ਨਹੀਂ ਹੈ ਕਿ ਕੱਪੜੇ ਪਾਏ ਨੇ ਤੇ ਸੰਤ ਹੋ ਗਿਆ। ਜਦ ਵਿਚਾਰਾਂ ਵਿੱਚ ਸੰਤਾਂ ਗਿਰੀ ਦੇ ਜਿਹੜੇ ਸੰਤ ਤਾਈ ਹੈ ਉਹ ਉਤਰ ਆਏਗੀ, ਤਦ ਸੰਤ ਹੋਏਗਾ। ਇਹ ਤਾਂ ਬਾਣੀ ਦਾ ਬਚਨ ਹੈ, ਭੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖੰ। ਹੁਣ ਸੱਚ ਨਾਲ ਜਾਣਿਓ, ਸਾਡੇ ਸਿੱਖਾਂ ਕੋਲ ਸਿੱਖੀ ਨਹੀਂ ਹੈ, ਸਿੱਖ ਹੈਗੇ। ਦਿਖਾਵਾ ਹੈਗਾ ਪੂਰਾ, ਅੰਦਰੋਂ 2 ਪੈਸੇ ਵਿਚਾਰ ਗੁਰੂ ਨਾਲ ਨਹੀਂ ਸਾਡੇ ਮਿਲਦੇ। ਗੁਰੂ ਜੋੜਦਾ ਰਿਹਾ ਤੇ ਅਸੀਂ ਤੋੜਦੇ ਹਾਂ। ਗੁਰੂ ਉਪਦੇਸ਼ ਦਿੰਦਾ ਰਿਹਾ ਹੈ। ਗੁਰੂ ਦਾ ਬਚਨ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਸੀਂ ਕਹਿੰਦੇ ਪ੍ਰੇਮ ਕਰਨੇ ਨਹੀਂ, ਨਫ਼ਰਤ ਕਰਾਂਗੇ ਇੱਕ ਦੂਜੇ ਨਾਲ। ਰਹਿ ਗਈ ਸਿੱਖੀ ਸਾਡੇ ਕੋਲੇ, ਭੇਖ ਰਹਿ ਗਏ ਇਕੱਲੇ। ਦਿਖਾਉਣ ਜੋਗੇ ਭੇਖ ਦਿਖਾਏ, ਜਗਤ ਕੋ ਲੋਗਨ ਕੋ ਬਸ ਕੀਨ। ਭੇਖ ਨਾਲ ਕਦੇ ਪ੍ਰਾਪਤੀ ਇਕੱਲੇ ਨਾਲ ਨਹੀਂ ਹੁੰਦੀ। ਅੰਦਰ ਵਿਚਾਰਾਂ ਵਿੱਚ ਕੁਝ ਚਾਹੀਦਾ। ਗੁਰੂ ਨਾਨਕ ਕਹਿੰਦੇ ਬਚਨ ਕਰਨਾ, ਉਹ ਕਹਿੰਦਾ ਸਤਿਗੁਰ ਕਰੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਰਾਜਿਆ ਤੇਰਾ ਭੋਜਨ ਫੇਰ ਛਕਾਂਗੇ, ਪਹਿਲਾਂ ਐਂ ਦੱਸ ਵੀ ਨਾਮ ਜਪਦਾ ਹੁੰਨਾ। ਤੇ ਰਾਜਾ ਹੱਸ ਕੇ ਕਹਿੰਦਾ, ਮਹਾਰਾਜ ਮੈਨੂੰ ਨਾਮ ਜਪਣ ਦੀ ਕੀ ਲੋੜ ਹੈ, ਮੈਨੂੰ ਨਾਮ ਜਪਣ ਦੀ ਕੀ ਲੋੜ ਹੈ। ਮੇਰੇ ਘਰੇ ਕਿਹੜਾ ਘਾਟ ਹੈ ਕਿਸੇ ਚੀਜ਼ ਦਾ। ਇਹੀ ਹਾਲਤ ਸਾਡੀ ਹੈ।
मैनू नाम जपण दी की लोड़ है, मेरे कोले तोड़ा किसी चीज़ दा नहीं। मैनू गुरु वाला बनन दी की लोड़ है, मैनू सेवा करन दी की लोड़ है। झाड़ू सेवा वो मारन जिन्हां नू लोड़ है कासे दी, मेरे सब कुछ हैगा कहने ना असीं। सत संगत विच ओ जान, महापुरुषां दी संगत विच ओ जान जिन्हां कोले है नहीं कुछ, मैनू की लोड़ पई है। राजा कहंदा महाराज मेरे घरे किहड़ा तोड़ है कासे दा, मैं तां राजा, मैनू नाम जपण दी की लोड़ है। ते दूजी गल मैं दान बहुत करदा। सुन लैनी है गल बहुत ध्यान नाल। साडे मन विच ये गल किते ना किते वस गई कि मैनू भांडे मांजण दी, सेवा करन दी, झाड़ू मारन दी लोड़ नहीं है, मैनू सिमरन करन दी, मैनू बाणी पढ़न दी लोड़ नहीं है। मैं 6 महीनों बाद गुरुद्वारे माया दे देना, मेरा साबखानी गुरु बराबर कर दिंदा होएगा। मैनू की लोड़ है गुरु वाला बनन दी, मैनू की लोड़ है नशे छड्डण दी, शराब छड्डण दी, केस रखण दी लोड़ ही नहीं। मैं 6 महीनों बाद गुरु नूं देना कुछ ना कुछ दान करदा। मैं तां महाराज मैनू नाम जपण दी क्यों लोड़ है? देखो किड्डा यज्ञ हो रहा है, किते गऊआं दान कीतियां जा रही ने, किते घोड़े दान किए जा रहे ने, किते रथ दान हो रहे ने, सोने दियां मोहरां दान हो रही ने, किते वस्त्र वंड रहा मैं गरीबां विच। महाराज इन्ना दान करके भी नाम जपण दी लोड़ है? सतगुरु नानक देव जी महाराज हस पे। साडे भी ये समझण वाली गल है। महाराज कहंदे राजिया दान दा महात्म हैगा, पर नाम तो बिना नहीं है। जे रब दा नाम ना जपिया, बंदगी ना करी, फिर ये दान दा फल नहीं है। ये साडे मन विच जिहड़ी ये गल वस गई कि सब कुछ पता नहीं खरीदे तो ही मिल जाता है। बड़ा नोट गुरु की गोलक च पा के पता नहीं साडे पाप साफ ही हो जाते ने। सानू बंदगी करन दी, बाणी पढ़न दी, नाम जपण दी, गुरु वाला बनन दी लोड़ ही नहीं पेगी। सुनियो गुरु नानक देव जी का वचन, क्योंकि दुनिया विच अज तक गुरु नानक महाराज वर्गा नहीं कोई समझाउण वाला होया। सतगुरु नानक देव महाराज कहंदे तेनू समझाउने आ भी नाम दी लोड़ किवें है। सतगुरु कहंदे ऐ कर राजा, एक कागज मंगा लै, एक कलम ते स्याही दी दवात मंगा लै। उन्हें नौकरां नूं कह दिता जाओ लियाओ। नाल दी नाल कागज आ गया, स्याही दी दवात आ गई, कलम आ गई। सतगुरु नानक देव जी महाराज कहंदे राजा आपदे हथ विच चक लै कागज, तेनू लिखाउणा कुछ। उन्हें बहुत खुशी नाल चक्या भी खबर है गुरु नानक कोई मैनू इहा जिहा शब्द लिखा देण, बस सारे राजे मैनू ही मन्नण, होर मन्नणे ना किसे नूं। हुंदा ना आम, ये बहुत बड़ा दुनिया च भरम है। कोई महापुरुष सतपुरुष आ जाए किसी के घर, उन्होंने कहणगे साडे ते कोई किरपा करो, सानू दसो। ते जे वो कहे भी बाणी पढ़िया करो, नाम जपिया करो, बाणी तां जी पढ़ लांगे, तुसी होर दसो कुछ। सारी दुनिया की माया साडे घरी आ जाए, कोई दिओ माड़ा जिहा शब्द। जिहड़ा पहलां कहा वो मन लिया, पुछण वाला होवे भी जिहड़ा इन्हें पहलां कहा वो भी तां शब्द ने, वो भी तां मंत्र ने। ये बाणी मंत्र महापुरखन की। रब दे नाम जेड़ा मंत्र केड़ा है? नमो मंत्र मंत्रे, नमो जंत्र जंत्रे, नमो इष्टे इष्टे, नमो तंत्र तंत्रे। बस मनना नहीं है। सानू कोई वचन कर दिओ,
ਜਿਹੜਾ ਪਹਿਲਾਂ ਕਿਹਾ ਉਹ ਵੀ ਤਾਂ ਬਚਨ ਹੈ ਕਿ ਬਾਣੀ ਪੜ੍ਹਿਆ ਕਰ, ਰੱਬ ਦੇ ਨਾਲ ਜੁੜ, ਗੁਰੂ ਵਾਲਾ ਬਣ, ਸਿਮਰਨ ਕਰਿਆ ਕਰ, ਸੇਵਾ ਕਰਿਆ ਕਰ। ਬਸ ਇਹ ਚੀਜ਼ਾਂ ਡਿਫੀਕਲਟੀ ਔਖੀਆਂ ਲੱਗਦੀਆਂ ਨੇ ਸਾਨੂੰ। ਬਸ ਇੱਦੋਂ ਕਹਿੰਦੇ ਆ ਵੀ ਕੋਈ ਸਿਖਾਲਾ ਜਾਂ ਦੱਸੋ, ਤੁਸੀਂ ਬਚਨ ਕਰੋ, ਮੈਂ ਮੱਥਾ ਟੇਕ ਦੂੰ, ਬਸ ਹਿਸਾਬ ਬਰਾਬਰ। ਸੇਵਾ ਨੂੰ ਨਾ ਕਿਹੋ, ਸਿਮਰਨ ਨੂੰ ਨਾ ਕਿਹੋ। ਇਸ ਤਰ੍ਹਾਂ ਨਹੀਂ ਗੁਰਮੁਖੋ ਹੁੰਦਾ। ਬਾਣੀ ਦਾ ਤਾਂ ਬਚਨ ਹੈ, ਜਦ ਕੋਈ ਮਹਾਂਪੁਰਖ ਮਿਲੇ ਉਹ ਤੋਂ ਬਾਣੀ ਦਾ, ਰੱਬ ਦੇ ਨਾਮ ਦੀ ਗੱਲ ਪੁੱਛਿਆ ਕਰੋ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਉਹਨੇ ਕਾਗਜ਼ ਚੱਕ ਲਿਆ ਖੁਸ਼ੀ ਨਾਲ, ਵੀ ਪਤਾ ਨਹੀਂ ਗੁਰੂ ਨਾਨਕ ਕੀ ਲਿਖਾਉਣਗੇ ਮੈਤੋਂ। ਧੰਨ ਗੁਰੂ ਨਾਨਕ ਕਹਿੰਦੇ ਲਿਖ ਸਿਫਰ ਜ਼ੀਰੋ। ਜ਼ੀਰੋ ਤਾਂ ਵੈਸੇ ਅੰਗਰੇਜ਼ੀ ਦਾ ਸ਼ਬਦ ਹੈ, ਪੰਜਾਬੀ 'ਚ ਤਾਂ ਉਹਨੂੰ ਸਿਫਰੇ ਕਹਿੰਦੇ ਨੇ, ਹਿੰਦੀ ਵਿੱਚ ਉਹਨੂੰ ਸ਼ੂਨਿਆ ਕਹਿੰਦੇ ਨੇ, ਸੰਸਕ੍ਰਿਤ ਵਿੱਚ। ਲਿਖ ਸਿਫਰ, ਹੋਰ ਲਿਖਦੇ 1 ਸਿਫਰ 2 3 ਲਿਖਤੀਆਂ, 4 5 ਸਿਫਰਾਂ ਲਿਖਾਤੀਆਂ। ਜਦ 5 ਸਿਫਰਾਂ ਲਿਖਾਈਆਂ, ਧੰਨ ਗੁਰੂ ਨਾਨਕ ਕਹਿੰਦੇ ਪੜ੍ਹ ਇਹ ਕੀ ਬਣ ਗਿਆ। ਉਹ ਕਹਿੰਦਾ ਜੀ ਬਣਿਆ ਤਾਂ ਕੁਛ ਵੀ ਨਾ, ਸਿਫਰ ਦਾ ਤਾਂ ਕੋਈ ਮੁੱਲ ਹੀ ਨਹੀਂ ਗਿਣਤ ਵਿੱਚ। 5 ਸਿਫਰਾਂ ਲਿਖੀਆਂ ਨੇ ਤੇ 5 ਦਾ ਕੋਈ ਮੁੱਲ ਨਹੀਂ। ਮਹਾਰਾਜ ਕਹਿੰਦੇ ਇਹ ਕਿਵੇਂ ਹੋ ਸਕਦਾ, ਤੈਂ ਲਿਖੀਆਂ ਤੇ ਤੈਨੂੰ ਹੀ ਪੜ੍ਹੀਆਂ ਨਹੀਂ ਜਾਂਦੀਆਂ, ਤੂੰ ਹੀ ਕਹਿੰਦਾ ਇਹਦਾ ਮੁੱਲ ਕੋਈ ਨਹੀਂ। ਆਪਦੇ ਹੱਥ ਨਾਲ ਲਿਖਿਆ ਨਾ। ਕਹਿੰਦਾ ਹਾਂਜੀ ਲਿਖਿਆ। ਸਤਿਗੁਰ ਕਹਿੰਦੇ ਫਿਰ ਤੇਰੇ ਲਿਖੇ ਦਾ ਤੈਨੂੰ ਹੀ ਨਹੀਂ ਪਤਾ ਵੀ ਕੀ ਹੈ। ਇਹਦਾ ਤਾਂ ਜੀ ਕੁਛ ਬਣਦਾ ਹੀ ਨਹੀਂ ਹੈ, ਸਿਫਰ ਦਾ ਕੁਛ ਨਹੀਂ ਬਣਦਾ। ਸਤਿਗੁਰ ਨਾਨਕ ਕਹਿੰਦੇ ਰਾਜਾ ਬਣੂਗਾ। ਕਹਿੰਦਾ ਜੀ ਨਹੀਂ ਬਣਦਾ, ਸਿਫਰ ਦਾ ਕੁਛ ਨਹੀਂ ਬਣਦਾ, ਜ਼ੀਰੋਆਂ ਲਿਖੀ ਜਾਓ ਕੁਛ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦੇ ਮੂਹਰੇ ਇੱਕ ਏਕਾ ਲਾ ਦੇ। ਜਦ ਇੱਕ ਏਕਾ ਲਾਇਆ, ਉਹੀ 5 ਜ਼ੀਰੋਆਂ 1 ਲੱਖ ਬਣ ਗਿਆ। ਇੱਕ ਦੇ ਏਕੇ ਨਾਲ 5 ਜ਼ੀਰੋਆਂ। ਕਹਿੰਦੇ ਹੁਣ ਕਿੰਨਾ ਬਣ ਗਿਆ? ਕਹਿੰਦਾ ਜੀ ਲੱਖ। ਬਈ ਹੁਣ ਕਿਵੇਂ ਲੱਖ ਬਣ ਗਿਆ? ਤੂੰ ਤਾਂ ਕਹਿੰਦਾ ਸੀ ਬਣਦਾ ਨਹੀਂ। ਉਹ ਕਹਿੰਦਾ ਮਹਾਰਾਜ ਜ਼ੀਰੋਆਂ ਦਾ ਨਹੀਂ ਕੁਛ ਬਣਦਾ, ਇਹ ਤਾਂ ਏਕੇ ਨਾਲ ਬਣਿਆ, ਇਹ ਤਾਂ ਇਕੱਲਾ ਮੁੱਲ ਹੀ ਏਕੇ ਦਾ। ਹੁਣ ਏਕਾ ਕੱਟ ਦਿਓ ਮੂਹਰੋਂ, ਜ਼ੀਰੋਆਂ ਫਿਰ ਰਹਿ ਜਾਣਗੀਆਂ, ਫਿਰ ਵੀ ਕੱਖ ਨਹੀਂ ਬਣਨਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੇ ਇੱਕ ਰੱਬ ਦਾ ਨਾਮ ਮੂਹਰੇ ਲੱਗ ਜੇ, ਫਿਰ ਸਾਰੇ ਦਾਨਾਂ ਦਾ ਲੱਖ ਗੁਣੇ ਮੁੱਲ ਪੈ ਜਾਂਦਾ। ਨਹੀਂ ਦਾਨ ਵੀ ਕਿਸੇ ਕੰਮ ਨਹੀਂ ਆਉਂਦੇ, ਕਿਉਂਕਿ ਹਉਮੈ ਵਿੱਚ ਕਰਦੇ ਆ। ਰੱਬ ਦੇ ਨਾਮ ਬਿਨਾਂ ਦਾਨ ਵੀ ਫਲਦਾ ਨਹੀਂ। ਜੇ ਰੱਬ ਦਾ ਨਾਮ ਮੂਹਰੇ ਇੱਕ ਦਾ ਏਕਾ ਬਣ ਕੇ ਲੱਗ ਜੇ, ਉਹੀ ਦਾਨ, ਉਹਦੀ ਕੀਮਤ ਲੱਖ ਗੁਣੇ ਹੋ ਜਾਂਦੀ ਹੈ। ਇਸੇ ਇੱਕ ਦੇ ਏਕੇ ਦਾ ਜਿਵੇਂ ਮੁੱਲ ਹੈ, ਉਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦਾ ਮੁੱਲ ਹੈ। ਨਾਮ ਬਿਨਾਂ ਤੇਰੇ ਦਿੱਤੇ ਹੋਏ ਪਦਾਰਥ ਫਲਦੇ ਨਹੀਂ। ਨਾਮ ਜਪਣਾ ਜ਼ਰੂਰੀ ਹੈ। ਫਿਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਾਰਮੂਲਾ ਸਮਝ 'ਚ ਆਇਆ। ਸਮਝਾਉਣ ਦਾ ਤਰੀਕਾ ਬਹੁਤ ਸਤਿਗੁਰਾਂ ਦਾ ਵੇ ਆਫ ਕਨਵਿੰਸਿੰਗ ਬਹੁਤ ਤਕੜਾ ਸੀ। ਸਾਨੂੰ ਤਾਂ ਅਜੇ ਆਇਆ ਨਹੀਂ, ਦੁਨੀਆ ਦੇ ਲੋਕਾਂ ਨੂੰ ਉਹ ਤਰੀਕਾ। ਜੇ ਕਿਤੇ ਸਾਡੇ ਪ੍ਰਚਾਰਕਾਂ ਨੂੰ ਉਹ ਤਰੀਕਾ ਆ ਜੇ ਗੁਰੂ ਨਾਨਕ ਵਾਲਾ, ਅਸੀਂ ਅੱਧੀ ਦੁਨੀਆ ਅੱਜ ਨੂੰ ਗੁਰੂ ਨਾਨਕ ਦੇ ਨਾਮ ਨਾਲ ਜੋੜ ਦਿੰਦੇ। ਤੇ ਜਿਹੜੇ ਅਸੀਂ 2% ਰਹਿ ਗਏ, ਇਹਦਾ ਕਾਰਨ ਕੀ ਹੈ? ਅਸੀਂ ਜੁੜਨਾ ਨਹੀਂ ਚਾਹੁੰਦੇ ਤੇ ਨਾ ਜੋੜਨਾ ਚਾਹੁੰਦੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਰਾਜਾ ਹੁਣ ਦੱਸ ਕੀ ਖਿਆਲ ਹੈ? ਉਹਨੇ ਹੱਥ ਜੋੜ ਕੇ ਚਰਨਾਂ ਤੇ ਸਿਰ ਰੱਖ ਕੇ ਕਿਹਾ ਮਹਾਰਾਜ ਮੈਨੂੰ ਨਾਮ ਬਖਸ਼ੋ। ਤੁਸੀਂ ਦੇਖ ਲਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਪੜ੍ਹ ਕੇ ਜਿਹੜੇ ਗੁਰਸਿੱਖ ਪੜ੍ਹਦੇ ਨੇ, ਜਿੱਥੇ ਵੀ ਬਚਨ ਆਇਆ ਉੱਥੇ ਨਾਮ ਦਾਨ ਆਇਆ। ਨਾਮ ਮੂਹਰੇ ਤੇ ਦਾਨ ਪਿੱਛੇ।
ਅਰਦਾਸ ਵਿੱਚ ਵੀ ਕਹਿੰਦੇ ਆ, ਦਾਨਾ ਕੈ ਸਿਰ ਦਾਨ ਨਾਮ ਦਾਨ। ਕਿਤੇ ਦਾਨ ਮੂਹਰੇ ਨਹੀਂ, ਨਾਮ ਪਿੱਛੇ ਨਹੀਂ, ਵੀ ਦਾਨ ਪਹਿਲਾਂ ਤੇ ਨਾਮ ਪਿੱਛੋਂ। ਜਿੱਥੇ ਵੀ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ, ਉੱਥੇ ਨਾਮ ਪਹਿਲਾਂ ਹੈ ਤੇ ਦਾਨ ਪਿੱਛੇ ਹੈ। ਜਿੰਨਾ ਚਿਰ ਰੱਬ ਦਾ ਨਾਮ ਨਾ ਲਿਆ ਜਾਵੇ, ਉਹਨਾਂ ਚਿਰ ਕੋਈ ਗਿਆਨ, ਕੋਈ ਧਿਆਨ ਤੇ ਕੋਈ ਦਾਨ ਫਲਦਾ ਨਹੀਂ ਹੈ। ਸਤਿਗੁਰਾਂ ਨੂੰ ਕਹਿੰਦਾ, ਮਹਾਰਾਜ ਮੈਨੂੰ ਨਾਮ ਬਖਸ਼ੋ, ਕਿਰਪਾ ਕਰੋ, ਬਚਨ ਬਖਸ਼ੋ, ਸ਼ਬਦ ਬਖਸ਼ੋ। ਤੇ ਸਤਿਗੁਰ ਕਹਿੰਦੇ ਇੱਕ ਸ਼ਰਤ ਹੈ ਸਾਡੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਤਰੀਕਾ ਇਸ ਤਰ੍ਹਾਂ ਸਫਲ ਸੀ, ਉਹ ਸਮਝਾਉਣ ਦੀ ਇਸ ਤਰੀਕੇ ਨਾਲ ਸੀ, ਆਪ ਮੰਗ ਕੇ ਲੈਂਦਾ ਸੀ, ਮੂਹਰਲਾ ਮੈਨੂੰ ਤੁਹਾਡਾ ਨਾਮ ਦੇ ਦਿਓ, ਮੈਨੂੰ ਬਖਸ਼ਿਸ਼ ਕਰ ਦਿਓ। ਕਿਸੇ ਨੂੰ ਧੰਨ ਗੁਰੂ ਨਾਨਕ ਨੇ ਨਹੀਂ ਕਿਹਾ ਕਿ ਆ ਜਾ ਤੂੰ ਸਿੱਖ ਬਣ, ਮੈਂ ਤੈਨੂੰ ਆਹ ਚੀਜ਼ਾਂ ਦੇਊਂਗਾ। ਆਪਣੇ ਆਪ ਬਣਦਾ ਸੀ। ਹੁਣ ਤਾਂ ਸਾਨੂੰ ਲਾਲਚ ਦੇਣੇ ਪੈਂਦੇ ਨੇ, ਕਕਾਰ ਫਰੀ ਦਿਆਂਗੇ ਜੇ ਗੁਰੂ ਵਾਲੇ ਬਣੋਗੇ, ਕਛਹਿਰਾ ਮੁਕਤ ਦਿਆਂਗੇ, ਕੰਘਾ ਮੁਕਤ ਦਿਆਂਗੇ। ਕਿਤੇ ਜ਼ਿੰਦਗੀ ਲੰਘ ਜੂ ਇੱਕ ਦਿਨ ਦੇ ਕੰਘੇ ਨਾਲ। ਅੰਮ੍ਰਿਤ ਛਕਾਓ ਪਰ ਅਵਲਾਖੀਆਂ ਨੂੰ ਛਕਾਓ। ਜਿਹੜੇ ਦੇ ਅੰਦਰ ਖੁਦ ਦੀ ਇੱਛਾ ਤੀਬਰ ਵੈਰਾਗ ਹੋਵੇ ਕਿ ਮੈਂ ਗੁਰੂ ਵਾਲਾ ਬਣਨਾ, ਉਹਨੂੰ ਬਣਾਓ। ਅਸੀਂ ਗਿਣਤੀ ਇਕੱਠੇ ਕਰਨ ਲੱਗੇ ਬਿਆਨ। ਗੁਰੂ ਨਾਨਕ ਦੇ ਘਰ ਵਿੱਚ ਮੈਜੋਰਟੀ ਦੀ ਕੀਮਤ ਨਹੀਂ, ਕੁਆਲਿਟੀ ਦੀ ਕੀਮਤ ਹੈ। ਚਾਹੇ ਥੋੜੇ ਹੀ ਲੱਗ ਜਾਣ ਗੁਰੂ ਦੇ ਲੜ, ਪਰ ਹੋਣਗੇ ਤਾਂ ਪੱਕੇ ਨਾ, ਕੱਚੇ ਨਾ ਹੋਣ, ਪੱਕੇ ਹੋਣ, ਜਿਨ੍ਹਾਂ ਨੂੰ ਭਰੋਸਾ ਹੋਵੇ ਪ੍ਰਮਾਤਮਾ ਤੇ। ਕਬੀਰ ਜੀ ਵਰਗਾ ਭਰੋਸਾ ਚਾਹੀਦਾ ਹੈ। ਕਹਿੰਦੇ ਕਬੀਰ ਦੀ ਪਰਖ ਕਰਨ ਵਾਸਤੇ ਨਾ ਭਗਵਾਨ ਨੇ, ਕਬੀਰ ਜੀ ਬੈਠੇ ਸੀ ਸੰਗਤ ਵਿੱਚ, ਰਾਮ ਨਾਮ ਜਪ ਰਹੇ ਸੀ, ਹੋਰਾਂ ਨੂੰ ਜਪਾ ਰਹੇ ਸੀ, ਸੰਗਤ ਕਰ ਰਹੇ ਸੀ। ਬਾਹਰ ਬੈਠੇ ਨਗਰ ਦੇ ਬਾਹਰ ਕਿਤੇ ਪੁਰਾਣੇ ਸਮੇਂ 'ਚ ਇਸ ਤਰ੍ਹਾਂ ਹੀ ਬਹਿੰਦੇ ਸੀ ਸਾਰੇ ਇਕੱਠੇ ਹੋ ਕੇ, ਕਿਸੇ ਚੰਗੇ ਬਿਰਸ਼ ਥੱਲੇ, ਬਰੋਟਾ, ਪਿੱਪਲਾਂ। ਹੁਣ ਤਾਂ ਇਹ ਦਰਖਤ ਵੀ ਦੁਨੀਆ ਛੱਡ ਗਈ ਲਾਉਣੇ। ਪੁਰਾਣੇ ਦਰਖਤ ਹੁੰਦੇ ਬੜੇ ਵੱਡੇ, ਉਹਨਾਂ ਥੱਲੇ ਦੁਨੀਆ ਬਹਿੰਦੀ ਹੁੰਦੀ। ਉੱਥੇ ਕੋਈ ਗੁਰਮੁਖ ਆ ਬਹਿੰਦਾ, ਉਹ ਸਾਰਿਆਂ ਨੂੰ ਰੱਬ ਦੀ ਗੱਲ ਸੁਣਾਉਂਦਾ। ਕਬੀਰ ਬੈਠੇ ਹੋਰਾਂ ਨੂੰ ਰਾਮ ਨਾਮ ਜਪਾ ਰਹੇ ਨੇ। ਭਗਵਾਨ ਨੇ ਸੋਚਿਆ ਕਬੀਰ ਦੀ ਪਰਖ ਕਰੀਏ। ਭਗਤ ਕਬੀਰ ਜੀ ਨੇ ਦੇ ਘਰ ਨੂੰ ਅੱਗ ਲਾ ਦਿੱਤੀ ਭਗਵਾਨ ਨੇ ਆਪਦੀ ਮਾਇਆ ਨਾਲ, ਤੇ ਆਪੇ ਬੁਲਾਉਣ ਵਾਗੇ ਅੱਗ ਲਾ ਕੇ। ਜਾ ਕੇ ਕਬੀਰ ਨੂੰ ਕਹਿੰਦੇ, ਕਬੀਰ ਤੇਰਾ ਘਰ ਮੱਚੀ ਜਾਂਦਾ, ਤੈਨੂੰ ਰਾਮ ਨਾਮ ਕੀ ਤਾਰੂ, ਤੂੰ ਇੱਥੇ ਬੈਠਾ ਰਾਮ ਰਾਮ ਜਪੀ ਜਾਂਦਾ, ਤੇਰੇ ਘਰ ਨੂੰ ਅੱਗ ਲੱਗੀ ਪਈ ਐ, ਘਰ ਮੱਚਦਾ। ਭਗਤ ਕਬੀਰ ਕਹਿੰਦੇ ਮੈਂ ਕੀ ਕਰੂੰਗਾ ਜਾ ਕੇ। ਜਾਣ ਕਬੀਰ ਵੀ ਗਏ ਵੀ ਭਗਵਾਨ ਨੇ ਪਰਖਦੇ ਨੇ। ਕਬੀਰ ਕਹਿੰਦੇ ਮੈਂ ਕੀ ਕਰੂੰਗਾ। ਕਹਿੰਦੇ ਤੂੰ ਅੱਗ ਬੁਝਾਈ ਜਾ ਕੇ, ਆਪਦਾ ਘਰ ਬਚਾ ਲੈ ਛੱਪਰੀ। ਭਗਤ ਕਬੀਰ ਕਹਿੰਦੇ ਅੱਗ ਬੁਝੂਗੀ ਕਾਹਦੇ ਨਾਲ। ਕਹਿੰਦੇ ਪਾਣੀ ਨਾਲ। ਭਗਤ ਕਹਿੰਦੇ ਫਿਰ ਮੈਂ ਨਹੀਂ ਜਾਣਾ, ਜੇ ਪਾਣੀ ਨਾਲ ਅੱਗ ਬੁਝੂਗੀ। ਉਹ ਕਹਿੰਦੇ ਜਾਣਾ ਕਿਉਂ ਨਹੀਂ। ਭਗਤ ਕਬੀਰ ਜੀ ਕਹਿੰਦੇ ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਵਨਾ। ਭਗਤ ਕਬੀਰ ਕਹਿੰਦੇ ਉਹ ਪਿਆਰਿਆ ਭਗਵਾਨ ਨੂੰ ਕਹਿੰਦੇ ਅਕਾਲ ਪੁਰਖ ਆਪੇ ਅੱਗ ਹੈ ਆਪੇ ਪਾਣੀ ਹੈ, ਮੈਂ ਕਿਉਂ ਜਾਵਾਂ ਵਿੱਚ। ਜਿਹਨੇ ਅੱਗ ਲਾਈ ਹੈ ਆਪੇ ਬੁਝਾ ਦੂ। ਜਦ ਅੱਗ ਵੀ ਉਹੀ ਹੈ ਤੇ ਪਾਣੀ ਵੀ ਉਹੀ ਹੈ, ਮੈਂ ਤੀਜੇ ਨੇ ਕਾਹਨੂੰ ਵਿੱਚ ਫਸਣਾ, ਮੈਂ ਤਾਂ ਰਾਮ ਨਾਮ ਏ ਜਪੂੰਗਾ। ਕਹਿੰਦੇ ਭਗਵਾਨ ਨੇ ਆਪ ਅੱਗ ਫਿਰ ਬੁਝਾਈ ਆ ਕੇ। ਜਾਣਗੇ ਵੀ ਅਵਸਥਾ ਵਿੱਚ ਜਾ ਪਹੁੰਚਿਆ। ਇੱਥੇ ਤਾਂ ਜੇ ਸਤਸੰਗਤ ਵਿੱਚ ਜੇ ਕਿਤੇ ਉਵੇਂ ਪਟਾਕਾ ਵੀ ਪੈ ਜੇ, ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਛੱਡ ਕੇ ਦੁਨੀਆ ਕਿਹੜਾ ਨਾ ਭੱਜ ਲੇ। ਕਿਤੇ ਬੈਠੇ ਹੋਣ ਚੰਗਾ ਸਜਿਆ ਹੋਵੇ, ਉੱਥੇ ਦੀਵਾਲੀ ਵਾਲਾ ਪਟਾਕਾ ਚਲਾ ਦੇ ਕੋਈ ਆ ਕੇ, ਤਾਂ ਵੀ ਦੁਨੀਆ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਨਹੀਂ ਕਿੱਧਰ ਨੂੰ ਭੱਜੇ।
ਹਾਲਤੇ ਹੋ ਗਏ ਪੱਕੇ ਨਹੀਂ ਰਹੇ। ਗਿਣਤੀ ਵਧਾਉਣ ਤੇ ਜ਼ੋਰ ਹੈ, ਪੱਕੇ ਕੱਚਿਆਂ ਦਾ ਖਿਆਲ ਨਹੀਂ ਕਿ ਪੱਕਾ ਕਿਹੜਾ ਹੈ। ਮੈਜੋਰਟੀ ਬਹੁ ਗਿਣਤੀ, ਮੈਜੋਰਟੀ ਆਲਵੇਜ ਇਜ਼ ਫੂਲ, ਉਹ ਮੂਰਖਾਂ ਦੀ ਗਿਣਤੀ ਹੁੰਦੀ ਹੈ, ਸਿਆਣਿਆਂ ਦਾ ਕਦੇ ਇਕੱਠ ਨਹੀਂ ਹੁੰਦਾ। ਜਿਹੜਾ ਭੀੜ ਸ਼ਬਦ ਹੈ ਨਾ, ਭੀੜ, ਤੁਸੀਂ ਪੰਜਾਬੀ ਦੀ ਡਿਕਸ਼ਨਰੀ ਵਿੱਚ ਪੜ੍ਹਿਓ ਕਿਤੇ, ਭੀੜ ਸ਼ਬਦ ਭੇੜ ਤੋਂ ਬਣਿਆ। ਭੀੜ ਭੇੜ ਤੋਂ ਬਣਿਆ ਹੋਇਆ ਸ਼ਬਦ ਹੈ ਭੀੜ। ਤੇ ਭੀੜ ਸਦਾ ਭੇਡਾਂ ਦੀ ਹੁੰਦੀ ਹੈ, ਸ਼ੇਰਾਂ ਦੀ ਨਹੀਂ ਹੁੰਦੀ। ਜਿਹੜਾ ਰੱਬ ਦਾ ਪਿਆਰਾ ਗੁਰਮੁਖ ਹੋਏਗਾ ਉਹ ਇਕੱਲੇ ਹੀ ਹੁੰਦਾ ਹੈ ਸ਼ੇਰ। ਤੇ ਸੰਸਾਰ ਹੈ ਇਹ ਭੀੜ ਸਾਨੂੰ ਬਹੁਤ ਹੀ ਪਿਆਰੀ ਹੈ। ਜਿੱਦੇ ਜੰਮੇਗਾ ਉਦੋਂ ਵੀ ਭੀੜ ਹੋਵੇ, ਜਿੱਦੇ ਵਿਆਹ ਧਰਿਆ ਉਦੋਂ ਵੀ ਭੀੜ ਹੋਵੇ, ਘਰੇ ਮੁੰਡਾ ਜੰਮਿਆ ਉਦੋਂ ਵੀ ਭੀੜ ਹੋਵੇ। ਹੋਰ ਤਾਂ ਹੋਰ ਕਹਿੰਦਾ ਜਿੱਦੇ ਮੈਂ ਜਾਵਾਂ ਇੱਥੋਂ ਉਦੋਂ ਵੀ ਭੀੜ ਹੋਵੇ। ਭੀੜ ਨਾਲ ਪਿਆਰ ਇਹ ਬਹੁਤ ਹੈ ਸਾਨੂੰ, ਇਸੇ ਕਰਕੇ ਭੀੜ ਕਰ ਰਹੇ ਹਾਂ, ਵੱਧ ਤੋਂ ਵੱਧ ਬਣਾ ਦਈਏ। ਉਹ ਕੱਚੇ ਹੁੰਦੇ ਨੇ, ਅਬਲਾਖੀ ਨਹੀਂ ਹੁੰਦੇ। ਜਿਹੜਾ ਅਬਲਾਖੀ ਹੋਵੇਗਾ ਉਹਨੂੰ ਲਾਲਚ ਦੇਣ ਦੀ ਲੋੜ ਨਹੀਂ ਪੈਂਦੀ ਵੀ ਆ ਜਾ ਤੂੰ ਬਣ, ਉਹ ਤਾਂ ਆਪਣੇ ਆਪ ਹੀ ਮੰਗ ਕੇ ਲੈ ਲੈਂਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਰਾਜਾ ਕਹਿੰਦਾ ਮਹਾਰਾਜ ਨਾਮ ਦਿਓ। ਸਤਿਗੁਰ ਕਹਿੰਦੇ ਇੱਕ ਸ਼ਰਤ ਹੈ, ਫਿਰ ਦੇਵਾਂਗੇ ਨਾਮ ਸਿੱਖੀ। ਕਹਿੰਦਾ ਜੀ ਕੀ ਸ਼ਰਤ ਹੈ? ਕਹਿੰਦੇ ਜੇ ਆਪ ਜਪੇਗਾ ਤੇ ਹੋਰਾਂ ਨੂੰ ਜਪਾਵੇਂਗਾ ਤਾਂ ਦੇਵਾਂਗੇ। ਇਹ ਨਹੀਂ ਹੈ ਕਿ ਤੂੰ ਕੱਲਾ ਭਾਈ ਬਣ ਕੇ ਰਾਜਾ ਫਿਰ ਕਹੇ ਮੈਂ ਹੋਰ ਨੂੰ ਤਾਂ ਬਣਨੇ ਨਹੀਂ ਦੇਣਾ, ਕਿਸੇ ਨੂੰ ਮੈਂ ਹੀ ਵੱਡਾ ਰਹਾਂ। ਜੇ ਆਪ ਜਪੇਗਾ ਤੇ ਹੋਰਾਂ ਨੂੰ ਜਪਾਵੇਂਗਾ, ਨਾਨਕ ਧੂੜ ਮੰਗਾ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ, ਫਿਰ ਦੇਵਾਂਗੇ। ਉਹ ਹੱਥ ਬੰਨ੍ਹ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਤਾਂ ਸਾਰੀ ਜ਼ਿੰਦਗੀ ਇਹ ਤੁਹਾਡੇ ਲੇਖੇ ਲਾ ਦੂੰ। ਫਿਰ ਆ ਜਿੰਨੇ ਸਿੰਧ ਵਿੱਚ ਸਿੱਖ ਨੇ ਇਹ ਸਾਰੇ ਰਾਜਾ ਸਿੰਧ ਸੇਨ ਦੇ ਪ੍ਰਚਾਰ ਕਾਰਨ ਬਣੇ ਹੋਏ ਨੇ। ਪਾਕਿਸਤਾਨ ਵਿੱਚ ਸ੍ਰੀ ਪੰਜਾ ਸਾਹਿਬ ਦੇ ਇਹ ਪਿੱਛੇ 2013-14 ਦੀ ਗੱਲ ਹੈ, ਉਦੋਂ 14 ਘਰ ਸੀ ਸਿੰਧੀ ਸਿੱਖਾਂ ਦੇ ਪਾਕਿਸਤਾਨ ਵਿੱਚ, ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜੇ। ਉਹਨਾਂ ਨੂੰ ਕਹਿਣ ਲੱਗੇ ਜਿਹੜੇ ਉੱਥੇ ਦੇ ਮਿਨਿਸਟਰ ਸੀ 14 'ਚ ਵੀ ਜੇ ਤੁਸੀਂ ਹਿੰਦੁਸਤਾਨ ਜਾਣਾ ਚਾਹੁੰਦੇ ਹੋ ਤੁਹਾਨੂੰ ਅਸੀਂ ਛੱਡੇ ਆਉਂਦੇ ਹਾਂ, ਇੱਥੇ 14 ਘਰ ਹੋ, ਤੁਸੀਂ ਥੋੜ੍ਹੇ ਜਾਣੇ ਹੋ, ਤੁਹਾਨੂੰ ਬਾਰਡਰ ਲੰਘਾ ਦਿੰਦੇ ਹਾਂ, ਹਿੰਦੁਸਤਾਨ ਚਲੇ ਜਾਓ। ਉਹਨਾਂ ਸਿੰਧੀ ਸਿੱਖਾਂ ਨੇ ਪੁੱਛਿਆ ਐਂ ਦੱਸੋ ਵੀ ਜੇ ਅਸੀਂ ਹਿੰਦੁਸਤਾਨ ਵਾਗੇ ਫਿਰ ਤਾਂ ਨਹੀਂ ਮਰਦੇ? ਉਹ ਕਹਿੰਦੇ ਭਾਈ ਮਰੋਂਗੇ ਤਾਂ ਸਹੀ। ਉਹ ਕਹਿੰਦੇ ਫਿਰ ਅਸੀਂ ਪੰਜਾ ਸਾਹਿਬ ਨੂੰ ਛੱਡ ਕੇ ਨਹੀਂ ਜਾਣਾ, ਅਸੀਂ ਇੱਥੇ ਹੀ ਮਰਾਂਗੇ। ਅਜੇ ਵੀ ਵਸਦੇ ਰਸਦੇ ਨੇ। ਉਦੋਂ ਮਾਹੌਲ ਕੁਛ ਖਰਾਬ ਹੋ ਗਿਆ ਸੀ ਸਿੰਧ ਦਾ, ਅਤੇ ਉੱਥੇ ਲੜਾਈ ਝਗੜੇ ਕਾਰਨ ਉਹ ਪਾਕਿਸਤਾਨ ਦੀ ਸਰਕਾਰ ਨੇ ਕਿਹਾ ਤੁਹਾਨੂੰ ਕੋਈ ਮਾਰ ਨਾ ਦੇਵੇ, ਤੁਹਾਡੇ ਘਰ ਥੋੜ੍ਹੇ ਨੇ। ਹਸਨ ਅਬਦਾਲ ਵਿੱਚ ਪੰਜਾ ਸਾਹਿਬ ਪਾਕਿਸਤਾਨ ਵਿੱਚ ਐਡਾ ਸਿਦਕ ਉਹਨਾਂ ਦਾ। ਉਹ ਕਹਿੰਦੇ ਨਹੀਂ ਅਸੀਂ ਗੁਰੂ ਦਾ ਦਰ ਛੱਡ ਕੇ ਨਹੀਂ ਜਾਣਾ, ਮਰ ਜਾਈਏ ਕੱਲ੍ਹ ਨੂੰ ਮਰਦੇ ਅੱਜ ਮਰ ਜਾਈਏ, ਨਹੀਂ ਛੱਡ ਕੇ ਜਾਵਾਂਗੇ। ਇਹ ਸਾਰਾ ਪ੍ਰਚਾਰ ਉਹ ਸਿੰਧ ਸੇਨ ਰਾਜੇ ਨੇ ਕੀਤਾ, ਸਿੰਧ ਵਿੱਚ ਗੁਰੂ ਨਾਨਕ ਦੇ ਘਰ ਦਾ। ਸਤਿਗੁਰ ਤੋਂ ਮੰਗ ਕੇ ਲਿਆ। ਇੱਥੇ ਤਾਂ ਸਾਡੇ ਕੋਈ ਛੋਟੇ ਜਿਹੇ ਅਹੁਦੇ 'ਤੇ ਬਣ ਜੇ ਉਹ ਰੱਬ ਨੂੰ ਭੁੱਲ ਜਾਂਦਾ ਹੈ। ਉਹਨੇ ਰਾਜਾ ਹੁੰਦੇ ਹੋਏ ਧਰਮਸ਼ਾਲਾ ਬਣਵਾਈਆਂ, ਕੀਰਤਨ ਕਰਨਾ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੰਜੀ ਬਖਸ਼ੀ ਉਹਨੂੰ ਪ੍ਰਚਾਰ ਦੀ, ਕਿ ਸਿੰਧ ਦੇ ਇਲਾਕੇ ਦੀ ਮੰਜੀ ਦਿੱਤੀ ਅਸੀਂ ਤੈਨੂੰ ਗੁਰੂ ਨਾਨਕ ਦੇ ਘਰ ਦੀ, ਪ੍ਰਚਾਰ ਕਰਨਾ। ਪਦਾਰਥ ਗੁਰਮੁਖੋ ਓਨਾ ਚਿਰ ਸਫਲ ਨਹੀਂ ਜਿੰਨਾ ਚਿਰ ਰੱਬ ਦਾ ਨਾਮ ਨਾ ਹੋਵੇ। ਮਹਾਰਾਜ ਇਸੇ ਕਰਕੇ ਕਹਿੰਦੇ ਨੇ ਥਿਤ ਪਾਵੋ ਗੋਬਿੰਦ ਭਜੋ, ਸੰਤੈ ਕੀ ਸਿੱਖ ਲੇਹੋ, ਪ੍ਰੀਤ ਕਰੋ ਸਦ ਏਕ ਸਿਉ, ਆ ਸਾਚਾ ਅਸਨੇਹੋ। ਸੱਚਾ ਪਿਆਰ ਇਹੀ ਹੈ ਕਿ ਵਾਹਿਗੁਰੂ ਦੇ ਨਾਮ ਨਾਲ ਕਰੋ। ਦੁਨੀਆ ਵਾਲੇ ਪਿਆਰ ਜਿੰਨੇ ਨੇ
ਇਹ ਜਾਂ ਤਾਂ ਲੋੜਾਂ ਕਰਕੇ ਨੇ ਜਾਂ ਸਰੀਰ ਤੱਕ ਨੇ। ਜਿੱਦਾਂ ਮੁੱਕ ਜਾਣਗੇ ਪਿਆਰ ਵੀ ਖਤਮ। ਜਾਂ ਜਿੰਨਾ ਚਿਰ ਲੋੜਾਂ ਨੇ ਉਹਨਾਂ ਚਿਰ ਦੁਨੀਆ ਇੱਕ ਦੂਜੇ ਨੂੰ ਚਾਹੁੰਦੀ ਹੈ, ਪ੍ਰੇਮ ਕਰਦੀ ਹੈ। ਇਹ ਝੂਠੀ ਪ੍ਰੀਤ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਨਾਲ ਪ੍ਰੀਤ ਪਾ। ਪ੍ਰੀਤ ਕਰੋ ਸਦ ਏਕ ਸਿਉ ਯਾ ਸਾਚਾ ਅਸਨੇਹੋ। ਔਰ ਸਤਿਗੁਰ ਕਹਿੰਦੇ ਉਹਦੇ ਨਾਲ ਪ੍ਰੀਤ ਪਾਈ ਤੇਰੀ ਸਫਲ ਵੀ ਹੋ ਜੂ। ਕਿਉਂ ਨਿਭ ਜੂ ਉਹਦੇ ਨਾਲ ਪ੍ਰੀਤ? ਉਹ ਕਰਨ ਕਾਰਨ ਕਾਰਨ ਕਰਨ ਕਰਾਵਣੋ ਸਭ ਵਿਦ ਏਕੈ ਹਾਥ। ਉਹਦੇ ਨਾਲ ਤਾਂ ਪ੍ਰੀਤ ਨਿਭ ਜੂ ਕਿਉਂਕਿ ਸਾਰਾ ਕੁਛ ਉਹਦੇ ਹੱਥ ਵਿੱਚ ਹੈ। ਜਿਵੇਂ ਆਪਾਂ ਕਹਿੰਦੇ ਆ ਨਾ, ਕਿਸੇ ਚੰਗੇ ਕੋਈ ਕਿਸੇ ਰੁਤਬੇ ਤੇ ਹੋਵੇ, ਮਨਿਸਟਰ ਹੋਵੇ, ਆਪਾਂ ਕਹਿੰਦੇ ਉਹਦੇ ਹੱਥ 'ਚ ਹੀ ਆ ਗੱਲ, ਮਾੜਾ ਜਿਹਾ ਪ੍ਰੇਮ ਪਾਓ ਉਹਦੇ ਨਾਲ, ਲਿਹਾਜ਼ ਪਾ ਲਓ, ਆਹ ਕੰਮ ਤਾਂ ਆਪਣਾ ਕਰੇ ਦਿਓ, ਉਹਦੇ ਹੱਥ 'ਚ। ਜਾਂ ਕਹਿੰਦੇ ਆ ਵੀ ਤੇਰੇ ਹੱਥ ਵਿੱਚ ਹੈ ਮਿੱਤਰਾ, ਤੇਰੇ ਨਾਲ ਲਿਹਾਜ਼ ਹੈ, ਪ੍ਰੀਤ ਹੈ। ਸਤਿਗੁਰ ਕਹਿੰਦੇ ਤੂੰ ਵਾਹਿਗੁਰੂ ਨਾਲ ਪ੍ਰੀਤ ਪਾਵੇ, ਉਹਦੇ ਹੱਥ ਵਿੱਚ ਸਭ ਕੁਛ ਹੈ। ਦੁਨੀਆ ਵਾਲੇ ਹੱਥ ਤਾਂ ਉੱਥੇ ਪਹੁੰਚ ਵੀ ਨਹੀਂ ਸਕਦੇ ਜਿੱਥੇ ਵਾਹਿਗੁਰੂ ਦੇ ਹੱਥ ਲੰਬੇ ਪਹੁੰਚੇ ਹੋਏ ਨੇ। ਕਾਰਨ ਕਰਨ ਕਰਾਵਨੋ ਸਭ ਵਿਦ ਏਕੈ ਹਾਥ। ਜਿਤ ਜਿਤ ਲਾਭੋ ਤਿਤ ਤਿਤ ਲਗਹਿ ਨਾਨਕ ਜੰਤ ਅਨਾਥ। ਮਹਾਰਾਜ ਕਹਿੰਦੇ ਤੂੰ ਤਾਂ ਉੱਥੇ ਲੱਗਿਆ ਵੈਂ ਜਿੱਥੇ ਵਾਹਿਗੁਰੂ ਲਾਉਂਦਾ। ਪਰਮਾਤਮਾ ਨੂੰ ਭੁੱਲ ਕੇ ਸਾਡੀ ਹਾਲਤ ਅਨਾਥਾਂ ਵਾਲੀ ਹੋ ਜੂਗੀ। ਅਨਾਥ ਸਮਝਦੇ ਹੋ ਨਾ, ਜਿਹਦੇ ਮਾਂ ਪਿਓ ਮਰ ਜਾਣ ਬੱਚਾ, ਉਹ ਫਿਰ ਰੁਲ ਖੁਲ ਕੇ ਪਲਦਾ ਜ਼ਿੰਦਗੀ ਦੇ ਵਿੱਚ। ਠੋਕਰਾਂ ਖਾਣੀਆਂ ਪੈਂਦੀਆਂ ਨੇ ਦਰ ਦਰ ਦੀਆਂ। ਤੇ ਜੇ ਹੁਣ ਅਸੀਂ ਪਰਮਾਤਮਾ ਨੂੰ ਭੁੱਲ ਜਾਈਏ, ਉਹ ਤਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਉਦੋਂ ਵੱਡਾ ਮਾਂ ਪਿਓ ਕਿਹੜਾ ਦੁਨੀਆ 'ਚ ਪਾਲਣ ਵਾਲਾ। ਅਸੀਂ ਉਹਨੂੰ ਛੱਡ ਦਿੱਤਾ, ਫਿਰ ਸਾਨੂੰ ਰੱਖਣ ਵਾਲਾ ਵੀ ਕੋਈ ਨਹੀਂ। ਇਸ ਲਈ ਭਾਈ ਪਦਾਰਥ ਪੁਰਸ਼ਾਰਥ ਠੀਕ ਹੈ, ਦੁਨੀਆ ਦੀਆਂ ਲੋੜਾਂ ਨੇ, ਇਕੱਠੇ ਕਰਨੇ ਨੇ, ਸੰਸਾਰ ਵਿੱਚ ਰਹਿਣ ਵਾਸਤੇ ਇਹਨਾਂ ਦੀ ਜ਼ਰੂਰਤ ਹੈ। ਪਰ ਇਹ ਨਾ ਹੋਵੇ ਇਹਨਾਂ ਪਦਾਰਥਾਂ ਵਿੱਚ ਪੈ ਕੇ ਤੂੰ ਰੱਬ ਨੂੰ ਹੀ ਭੁੱਲ ਜੇ। ਪਰਮਾਤਮਾ ਦੀ ਬੰਦਗੀ ਕਰਨੀ, ਨਾਮ ਜਪਣਾ ਅਤੀ ਜ਼ਰੂਰੀ ਹੈ। ਦੇਖੋ ਰਾਜਿਆਂ ਨੇ ਜਪਿਆ। ਰਾਜਾ ਜਨਕ ਦੇ ਘਰੇ ਕਾਹਦਾ ਤੋੜਾ ਸੀ, ਉਹ ਬੰਦਗੀ ਕਰਦਾ ਰਿਹਾ। ਰਿਸ਼ੀ ਵਿਸ਼ਵਾਮਿੱਤਰ ਜੀ ਮਹਾਰਾਜ ਰਾਜੇ ਸੀ, ਰਿਸ਼ੀ ਬਣੇ, ਬੰਦਗੀ ਕੀਤੀ। ਕਾਹਦਾ ਤੋੜਾ ਸੀ? ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਘਰ ਵਿੱਚ, ਪੰਜਾਬ ਦਾ ਰਾਜਾ। ਪਰ ਉਹ ਆਪਣੇ ਆਪ ਨੂੰ ਸਦਾ ਗੁਰੂ ਦੇ ਦਰ ਦਾ ਕੂਕਰ ਕਹਿੰਦਾ ਰਿਹਾ ਕਿ ਮੈਂ ਕੁੱਤਾ ਗੁਰੂ ਨਾਨਕ ਦੇ ਦਰ ਦਾ। ਬੰਦਗੀ ਕਰਦਾ ਰਿਹਾ, ਨਾਮ ਸਿਮਰਨ ਨਿਤਨੇਮ ਨਹੀਂ ਛੱਡਿਆ ਮਹਾਰਾਜਾ ਰਣਜੀਤ ਸਿੰਘ ਨੇ। ਅਸੀਂ ਤਾਂ ਹਾਂ ਵੀ ਕੁਛ ਨਹੀਂ, ਥੋੜ੍ਹੇ ਥੋੜ੍ਹੇ ਪਦਾਰਥ ਸਾਡੇ ਕੋਲ ਹੈਗੇ ਤੇ ਰੱਬ ਨੂੰ ਭੁੱਲੇ ਫਿਰਦੇ ਹਾਂ। ਵਾਹਿਗੁਰੂ ਦੇ ਨਾਮ ਨੂੰ ਭੁੱਲ ਕੇ ਸਾਡਾ ਪਾਰ ਉਤਾਰਾ ਨਹੀਂ ਹੋਣਾ। ਇਸ ਲਈ ਭਾਈ ਗੁਰੂ ਜੀ ਦੇ ਇਹਨਾਂ ਬਚਨਾਂ 'ਤੇ ਧਿਆਨ ਦੇਣਾ, ਇਹਨਾਂ ਬਚਨਾਂ ਨੂੰ ਮੰਨਣਾ, ਆਪਣੀ ਜ਼ਿੰਦਗੀ 'ਚ ਵਾਹਿਗੁਰੂ ਦਾ ਨਾਮ ਰੱਖਣਾ, ਪਰਮੇਸ਼ਰ ਦੇ ਨਾਮ ਨਾਲ ਪਿਆਰ ਕਰੋ, ਧਰਮ ਵਿੱਚ ਪਰਪੱਕ ਹੋਵੋ। ਜਿਹੜੀਆਂ ਬੁਰੀਆਂ ਚੀਜ਼ਾਂ ਨੇ ਇਹਨਾਂ ਚੀਜ਼ਾਂ ਦਾ ਤਿਆਗ ਕਰੋ। ਔਰ ਸੰਸਾਰ ਵਿੱਚ ਸਭ ਤੋਂ ਜਿਹੜੀ ਚੀਜ਼ ਦੀ ਜ਼ਰੂਰਤ ਹੈ ਕਿ ਭਾਈਚਾਰਕ ਸਾਂਝਾਂ, ਪ੍ਰੇਮ ਪਿਆਰ, ਇਹ ਕਾਇਮ ਬਣਾਓ। ਇੱਕ ਦੂਜੇ ਵਿੱਚੋਂ ਰੱਬ ਜਾਣ ਕੇ ਸਤਿਕਾਰ ਕਰਨਾ ਸਿੱਖੋ। ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ, ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਛਕਣਾ। ਇਸ ਲਈ ਇਹਨਾਂ ਸਿਧਾਂਤਾਂ 'ਤੇ ਪਹਿਰਾ ਦਈਏ। ਆਓ ਹੁਣ ਪਾਵਨ ਪਵਿੱਤਰ ਸ਼ਲੋਕ ਪੜ੍ਹ ਕੇ ਇੱਥੇ ਹੀ ਸਮਾਪਤੀਆਂ ਕਰੀਏ। ਅਗਲਾ ਜਿਹੜਾ ਸ਼ਲੋਕ ਤੇ ਪੌੜੀ ਦੀ ਵਿਚਾਰ ਹੈ, ਸਤਿਗੁਰ ਨੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕੀਤੀ, ਤਾਂ ਕੱਲ੍ਹ ਨੂੰ ਉਹਦੀ ਵਿਚਾਰ ਆਪ ਸੰਗਤਾਂ ਨੂੰ ਤੁੱਛ ਬੁੱਧੀ ਅਨੁਸਾਰ ਸਰਵਣ ਕਰਾਉਣ ਦਾ ਯਤਨ ਕਰਾਂਗੇ। ਆਓ ਹੁਣ ਪਾਵਨ ਸ਼ਲੋਕ ਪੜ੍ਹੀਏ ਤੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਬਣਾਈਏ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ
ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਬਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।